ਅਕਸਰ ਹੀ ਮੈਨੂੰ ਇਹ ਟੌਂਟ ਸੁਣਨ ਨੂੰ ਮਿਲਦੇ ਸੀ ਕਿ ਤੂੰ ਲਾਈਫ 'ਚ ਕੀ ਕਰੇਂਗੀ, ਤੇਰੀ ਹਾਈਟ ਛੋਟੀ ਆ ਜਾਂ ਤੂੰ ਮਤਲਬ ਬਹੁਤ ਕੁਝ ਸੀ ਉਹ, ਹੁੰਦਾ ਹੈ। ਤੇ ਉਹ ਗੱਲਾਂ ਹਮੇਸ਼ਾ ਹੀ ਮੇਰੇ ਦਿਲ ਦੇ ਵਿੱਚ ਹੁੰਦੀਆਂ ਸੀ। ਤੂੰ ਬਿਲਕੁਲ ਹੀ ਹਾਰ ਮੰਨ ਚੁੱਕੀ ਸੀ ਕਿ ਮੈਂ ਲਾਈਫ ਦੇ ਵਿੱਚ ਕੁਝ ਕਰਨਾ ਹੀ ਨਹੀਂ ਹੈ। ਬਟ ਇੱਕ ਟਾਈਮ ਮੇਰੇ ਤੇ ਇੱਦਾਂ ਦਾ ਸੀ ਕਿ ਮੇਰੇ ਕੋਲ ਸਿਰਫ ਦੋ ਆਪਸ਼ਨ ਹੀ ਸੀ। ਮੈਨੂੰ ਦਿਖ ਰਿਹਾ ਸੀ ਜਾਂ ਤਾਂ ਮੈਂ ਕੁਝ ਕਰਕੇ ਦਿਖਾਵਾਂ ਤੇ ਜਾਂ ਫਿਰ ਸਾਰੀ ਜ਼ਿੰਦਗੀ ਮੈਂ ਇੱਕ ਹੀ ਰੂਮ ਦੇ ਵਿੱਚ ਬੈਠੀ ਰਹਾਂ। ਕੁਝ ਰੀਜ਼ਨ ਕਰਕੇ, ਮੇਰੀ ਫਿਜ਼ੀਕਲ ਅਪੀਅਰੈਂਸ ਕਰਕੇ ਸ਼ੌਂਕ ਮੇਰੇ ਥੋੜੇ ਦਬਦੇ ਜਾ ਰਹੇ ਸੀ। ਮਤਲਬ ਲੋਕਾਂ ਦੀਆਂ ਨਜ਼ਰਾਂ ਨਾਲ ਜਦੋਂ ਆਪਾਂ ਖੁਦ ਨੂੰ ਦੇਖਦੇ ਹਾਂ ਨਾ ਤੇ ਸਾਨੂੰ ਆਪਣੇ 'ਚ ਬਹੁਤ ਕਮੀਆਂ ਦਿਖਦੀਆਂ ਨੇ। ਤੇ ਮੈਂ ਬਚਪਨ ਤੋਂ ਹੀ ਜਦੋਂ ਮੈਂ ਆਪਣੇ ਉਹ ਨੈਗੇਟਿਵ ਟਾਈਮ ਦੇ ਵਿੱਚ ਸੀ ਨਾ, ਮੈਨੂੰ ਆਦਤ ਸੀ ਕਿ ਮੈਂ ਹਮੇਸ਼ਾ ਹੀ ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਆਪਣੇ ਆਪ ਨੂੰ ਕੋਸਦੀ ਹੁੰਦੀ ਸੀ ਤੇ ਮੈਂ ਰੋਂਦੀ ਵੀ ਹੁੰਦੀ ਸੀ। ਮੇਰੀ ਸਾਰੀ ਰਾਤ ਨਿਕਲ ਜਾਂਦੀ ਹੁੰਦੀ ਸੀ ਕਿ ਮੈਂ ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਰੋਣਾ। ਕਿ ਮੇਰੀ ਜਿਹੜੀ ਲਾਈਫ ਆ ਉਹ ਮੇਰੇ ਤੋਂ ਬਿਹਤਰ ਕੋਈ ਕਿਸੇ ਨੂੰ ਨਹੀਂ ਦੱਸ ਸਕਦਾ, ਬਿਕਾਜ਼ ਉਹਨਾਂ ਲਈ ਜਸਟ ਇੱਕ ਬੁੱਕ ਹੋਏਗੀ, ਮੇਰੀ ਉਹ ਮੇਰੀ 25 ਸਾਲਾਂ ਦੀ ਜ਼ਿੰਦਗੀ ਆ। 3 ਫੁੱਟ 11 ਇੰਚ ਕੱਦ ਦੇ ਨਾਲ ਦੁਨੀਆ ਦੇ ਵਿੱਚ ਜੀਣਾ ਬਹੁਤ ਔਖਾ ਹੈ। ਹਾਈਟ ਛੋਟੀ ਹੈ, ਇਹ ਕੀ ਮਾਪਿਓ ਦਾ ਸਹਾਰਾ ਬਣੂ। ਹਾਈਟ ਛੋਟੀ ਹੈ, ਇਹਦਾ ਕਿਵੇਂ ਵਿਆਹ ਹੋਊ। ਹਾਈਟ ਛੋਟੀ ਹੈ, ਇਹ ਕਿੱਥੇ ਅੱਗੇ ਪੜ ਪਾਓ। ਹਾਈਟ ਛੋਟੀ ਹੈ, ਇਹ ਕੀ ਹੀ ਕਰ ਲਓ। ਇਹਨਾਂ ਤਾਨਿਆਂ ਨੂੰ ਰੋਜ਼ ਸੁਣਿਆ ਹਰਵਿੰਦਰ ਕੌਰ ਨੇ ਤੇ ਉਹ ਟੁੱਟਦੀ ਰਹੀ। ਫਿਰ ਇੱਕ ਰਾਤ ਉਸਨੇ ਆਪਣੀ ਆਵਾਜ਼ ਸੁਣੀ, ਮੈਂ ਕੀ ਨਹੀਂ ਕਰ ਸਕਦੀ, ਮੇਰਾ ਰੱਬ, ਮੇਰੀ ਹਿੰਮਤ ਮੇਰੇ ਨਾਲ ਹੈ। ਤੇ ਫਿਰ ਉਸ ਦੀ ਹਿੰਮਤ ਨੇ ਉਸਦੇ 3 ਫੁੱਟ 11 ਇੰਚ ਦੇ ਕੱਦ ਨੂੰ ਵੀ ਪਿੱਛੇ ਛੱਡਿਆ ਤੇ ਜਾ ਕੇ ਬਹਿ ਗਈ ਐਡਵੋਕੇਟ ਦੀ ਕੁਰਸੀ ਤੇ। ਨਿੱਕੀ ਉਮਰੇ ਕਦਮ ਨੇ ਵੱਡੇ, ਮੰਜ਼ਿਲਾਂ ਉੱਤੇ ਝੰਡੇ ਨੇ ਗੱਡੇ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਜੀ ਕੀਰਤੀ ਪਾਠਕ ਛਾਬੜਾ ਤੇ ਨਿੱਘਾ ਸਵਾਗਤ ਕਰਦੀ ਤੁਹਾਡਾ ਸਾਰਿਆਂ ਦਾ PTC ਪੰਜਾਬੀ ਤੇ। ਜੀ ਅੱਜ ਮੈਂ ਗੱਲ ਕਰਨ ਵਾਲੀ ਹਾਂ ਉਸ ਸੋਹਣੀ ਮੁਟਿਆਰ ਦੇ ਨਾਲ ਜਿਹੜੇ ਅੱਜ ਕੱਲ੍ਹ ਇੰਟਰਨੈਟ ਸੈਂਸੇਸ਼ਨ ਬਣੇ ਹੋਏ ਨੇ। ਉਹਨਾਂ ਦੀ ਪਹਿਚਾਣ ਬਣੀ ਸੀ ਜਦੋਂ ਐਡਵੋਕੇਟ ਬਣੇ ਸੀ, ਪਰ ਅੱਜ ਦੇ ਦੌਰ ਦੇ ਵਿੱਚ ਉਹ ਇੰਟਰਨੈਟ ਤੇ ਤਹਿਲਕਾ ਮਚਾ ਰਹੇ ਨੇ ਸਿਰਫ ਆਪਣੀ ਫੋਟੋਜ਼, ਆਪਣੀ ਵੀਡੀਓਜ਼ ਤੇ ਆਪਣੀ ਰੀਲਸ ਦੇ ਨਾਲ। ਸੋ ਹੁਣ ਤੁਸੀਂ ਵੀ ਸਮਝ ਚੁੱਕੇ ਹੋਵੋਗੇ ਤੇ ਹੁਣ ਸਮਾਂ ਆ ਚੁੱਕਾ ਕਿ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਜਾਵੇ। ਸੋ ਜੀ ਬਹੁਤ ਸਵਾਗਤ ਕਰਦੇ ਐਡਵੋਕੇਟ ਹਰਵਿੰਦਰ ਕੌਰ ਜੀ ਦਾ। ਹਰਵਿੰਦਰ ਜੀ ਬਹੁਤ ਵੈਲਕਮ ਕਰਦੇ ਤੁਹਾਡਾ PTC ਪੰਜਾਬੀ ਤੇ। ਥੈਂਕ ਯੂ ਮੈਮ। ਕਿਵੇਂ ਹੋ ਤੁਸੀਂ? ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗੀ। ਬਹੁਤ ਵਧੀਆ, ਤੁਸੀਂ ਦੱਸੋ ਮੈਮ। ਸੋ ਮੈਂ ਇਹਨਾਂ ਨੂੰ ਸੋਚਿਆ ਸੀ ਕਿ ਮੈਂ ਇਹਨਾਂ ਨੂੰ ਪੁੱਛਾਂਗੀ ਕਿ ਹਾਂਜੀ ਤੁਸੀਂ ਐਡਵੋਕੇਟ ਕਿੱਦਾਂ ਬਣੇ, ਕਿੱਦਾਂ ਪੜ੍ਹਾਈ ਦਾ ਸੋਚਿਆ ਤੁਸੀਂ ਕਿ ਹਾਂ ਕਿ ਤੁਸੀਂ ਐਡਵੋਕੇਟ ਬਣਨਾ ਹੈ, ਲਾਇਰ ਬਣਨਾ ਹੈ। ਪਰ ਮੈਂ ਹੁਣ ਸੋਚਿਆ ਕਿ ਜਿੰਨੀ ਇੰਟਰਨੈਟ ਤੇ ਇਹਨਾਂ ਦੀ ਫੋਟੋਜ਼, ਰੀਲਸ ਔਰ ਵੀਡੀਓਜ਼ ਵਾਇਰਲ ਹੋ ਰਹੀਆਂ, ਸਭ ਤੋਂ ਪਹਿਲਾ ਸਵਾਲ ਮੈਂ ਇਹੀ ਪੁੱਛਣਾ ਕਿ ਇਹ ਕਨਸੈਪਟ ਕਿੱਦਾਂ ਤੁਹਾਡੇ ਦਿਮਾਗ 'ਚ ਆ ਰਿਹਾ ਕਿ ਹੁਣ ਅੱਜ ਮੈਂ ਇਸ ਗਾਣੇ ਤੇ ਵੀਡੀਓ ਬਣਾਉਣੀ ਹੈ, ਅੱਜ ਮੈਂ ਇਹ ਵਾਲਾ ਸੂਟ ਪਾਉਣਾ ਜਾਂ ਇਹ ਵਾਲੀ ਜੀਨਸ ਟੌਪ ਪਾ ਕੇ ਆਪਣੀ ਸੋਹਣੀ ਜਿਹੀ ਫੋਟੋ ਅਪਲੋਡ ਕਰਨੀ ਹੈ। ਸੋ ਇਸ ਦੇ ਬਾਰੇ ਦੱਸੋ ਕਿ ਮਾਡਲਿੰਗ ਵਾਲਾ ਸ਼ੌਂਕ ਵੀ ਹੈਗਾ ਸੀਗਾ ਪਹਿਲੇ? ਇਹ ਸ਼ੌਂਕ ਸ਼ੁਰੂ ਤੋਂ ਹੀ ਸੀ ਮੇਰੇ ਅੰਦਰ, ਬਟ ਕੁਝ ਰੀਜ਼ਨ ਕਰਕੇ, ਮੇਰੀ ਫਿਜ਼ੀਕਲ ਅਪੀਅਰੈਂਸ ਕਰਕੇ ਸ਼ੌਂਕ ਮੇਰੇ ਥੋੜੇ ਦਬਦੇ ਜਾ ਰਹੇ ਸੀ। ਬਟ ਹੁਣ ਇੱਕ ਲਾਈਫ ਦੇ ਵਿੱਚ ਇੱਕ ਸਟੈਂਡ ਰੱਖ ਕੇ ਜਾਂ ਇੱਕ ਮੁਕਾਮ ਹਾਸਿਲ ਕਰਕੇ ਮੈਨੂੰ ਹੁਣ ਇਹ ਲੱਗਦਾ ਹੈ ਕਿ ਕੁਝ ਵੀ ਇੰਪੋਸੀਬਲ ਨਹੀਂ ਆ। ਤੇ ਮੈਂ ਜਿੰਨਾ ਆਪਣੇ ਕੰਮ ਵੱਲ ਵੀ ਧਿਆਨ ਦੇ ਰਹੀ ਹਾਂ, ਮੈਂ ਖੁਦ ਨੂੰ ਵੀ ਉਨਾ ਹੀ ਜ਼ਿਆਦਾ ਪਿਆਰ ਕਰਦੀ ਹਾਂ ਤੇ ਮੈਂ ਆਪਣੀ ਲਾਈਫ ਨੂੰ ਉਨਾ ਇੰਜੋਏ ਵੀ ਕਰ ਰਹੀ ਹਾਂ। ਸੋ ਇਸ ਸਵੀਟ ਜੀ ਸਮਾਈਲ ਦੀ, ਮਤਲਬ ਜਿੰਨੀ ਵੀ ਪੋਸਟ ਦੇਖੋ ਨਾ, ਉਹ ਇੱਕ ਬਹੁਤ ਹੀ ਸਵੀਟ ਜੀ ਸਮਾਈਲ ਹੁੰਦੀ ਹੈ, ਕੌਨਫੀਡੈਂਟ ਸਮਾਈਲ ਹੁੰਦੀ ਹੈ। ਮਤਲਬ ਉਹ ਫੇਸ ਦੇਖ ਕੇ ਨਾ ਖੁਦ ਨੂੰ ਵੀ ਲੱਗਦਾ ਕਿ ਹਾਏ ਯਾਰ ਸੋ ਕਿਊਟ। ਮਤਲਬ ਇੰਨੀ ਸਮਾਈਲ, ਇੰਨੀ ਪੋਜ਼ਿਟਿਵਿਟੀ ਸਭ ਤੋਂ ਪਹਿਲੇ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ? ਔਰ ਹਰ ਪੋਸਟ ਦੇ ਵਿੱਚ ਇੱਕ ਸਵੀਟ ਜੀ ਸਮਾਈਲ ਔਰ ਪੋਸਟ ਦੇਣ ਦੇ ਲਈ ਇੱਕ ਉਹ ਚਾਹੀਦਾ ਹੁੰਦਾ ਨਾ, ਇੱਕ ਔਰਾ ਚਾਹੀਦਾ ਹੁੰਦਾ ਹੈ, ਇੱਕ ਮੋਟੀਵੇਸ਼ਨ ਚਾਹੀਦੀ ਹੁੰਦੀ, ਉਹ ਕਿਵੇਂ ਆਉਂਦੀ ਹੈ? ਸੈਲਫ ਐਕਸੈਪਟੈਂਸ ਬਿਲਕੁਲ ਸਹੀ ਕਿਹਾ ਕਿ ਮਤਲਬ ਜਦੋਂ ਤੁਸੀਂ ਆਪਣੇ ਆਪ ਨੂੰ ਐਕਸੈਪਟ ਕਰ ਰਹੇ ਹੋ ਨਾ ਕਿ ਹਾਂਜੀ ਤੁਸੀਂ ਉਸ ਮੁਕਾਮ ਤੇ ਵੀ ਪਹੁੰਚ ਲਿਆ, ਆਪਣੀ ਸਕਸੈਸ ਵੀ ਦੇਖ ਲਈ, ਰਾਈਟ। ਤੇ ਹੁਣ ਐਡਵੋਕੇਸੀ ਦੇ ਬਾਰੇ ਅਸੀਂ ਫਿਰ ਤੋਂ ਉੱਥੇ ਜਾਂਦੇ ਹਾਂ ਕਿ ਵਾਇਰਲ ਤਾਂ ਤੁਸੀਂ ਚੱਲ ਰਹੇ ਹੋ, ਰੀਲਸ ਵੀ ਬਣ ਰਹੀ ਆ ਬੈਕ ਟੂ ਬੈਕ, ਇਹ ਨਾ ਇੰਸਟਾਗ੍ਰਾਮ ਤੇ ਫੋਲੋਅਰਸ ਵੀ ਨੇ ਤੁਹਾਡੇ। ਹਾਲ ਹੀ ਦੇ ਵਿੱਚ ਤੁਸੀਂ 200 ਫੋਲੋਅਰਸ ਕ੍ਰੋਸ ਕੀਤੇ, ਦੀ ਸੈਲੀਬ੍ਰੇਸ਼ਨ ਵੀ 200K ਫੋਲੋਅਰਸ ਇਹਨਾਂ ਨੇ ਕ੍ਰੋਸ ਕੀਤੇ, ਉਹਦੀ ਸੈਲੀਬ੍ਰੇਸ਼ਨ ਵੀ ਕੀਤੀ ਆਪਣੀ ਫੈਮਿਲੀ ਦੇ ਨਾਲ। ਸੋ ਕਦੋਂ ਤੁਸੀਂ ਡਿਸਾਈਡ ਕੀਤਾ ਸੀ ਕਿ ਹਾਂਜੀ ਹੁਣ ਨਾ ਜੋ ਚੀਜ਼ਾਂ ਰਹਿ ਗਈਆਂ, ਜੋ ਨੈਗੇਟਿਵਿਟੀ ਲੋਕਾਂ ਵੱਲੋਂ ਇਹਨਾਂ ਸਾਰੀ ਚੀਜ਼ਾਂ ਤੋਂ ਆ ਰਹੀਆਂ, ਮੈਂ ਪਿੱਛੇ ਛੱਡ ਹੀ ਦੇਣੀ ਹੈ ਤੇ ਮੈਂ ਹੁਣ ਆਪਣੀ ਲਾਈਫ ਨੂੰ ਆਪਣੇ ਲਈ ਸੁਧਾਰਨਾ, ਕਿਸੇ ਲਈ ਨਹੀਂ ਸੁਧਾਰਨਾ? ਆਫਟਰ ਮਾਈ ਬੋਰਡ ਐਗਜ਼ਾਮਸ। ਅੱਛਾ ਜੀ। ਕਿਉਂਕਿ ਉਸ ਤੋਂ ਪਹਿਲਾਂ ਤਾਂ ਮੈਂ ਲਾਈਫ ਤੋਂ ਬਿਲਕੁਲ ਹੀ ਹਾਰ ਮੰਨ ਚੁੱਕੀ ਸੀ ਕਿ ਮੈਂ ਲਾਈਫ ਦੇ ਵਿੱਚ ਕੁਝ ਕਰਨਾ ਹੀ ਨਹੀਂ ਹੈ। ਬਟ ਇੱਕ ਟਾਈਮ ਮੇਰੇ ਤੇ ਇੱਦਾਂ ਦਾ ਸੀ ਕਿ ਮੇਰੇ ਕੋਲ ਸਿਰਫ ਦੋ ਆਪਸ਼ਨ ਹੀ ਸੀ। ਮੈਨੂੰ ਦਿਖ ਰਿਹਾ ਸੀ ਜਾਂ ਤਾਂ ਮੈਂ ਕੁਝ ਕਰਕੇ ਦਿਖਾਵਾਂ ਤੇ ਜਾਂ ਫਿਰ ਸਾਰੀ ਜ਼ਿੰਦਗੀ ਮੈਂ ਇੱਕ ਹੀ ਰੂਮ ਦੇ ਵਿੱਚ ਬੈਠੀ ਰਹਾਂ। ਬਟ ਮੈਂ ਕਦੇ ਵੀ ਹਾਰ ਮੰਨਣ ਵਾਲਿਆਂ 'ਚੋਂ ਨਹੀਂ ਸੀ। ਗਿਵ ਅਪ ਵਰਡ ਤਾਂ ਮੇਰੀ ਡਿਕਸ਼ਨਰੀ ਦੇ ਵਿੱਚ ਹੀ ਨਹੀਂ ਸੀ। ਤੇ ਫਿਰ ਮੈਂ ਸੋਚਿਆ ਕਿ ਮੇਰੀ ਲਾਈਫ ਦੇ ਵਿੱਚ ਮੇਰੇ ਵਿੱਚ ਸਭ ਤੋਂ ਜ਼ਿਆਦਾ ਘੱਟ ਕੌਨਫੀਡੈਂਸ ਸੀ ਤੇ ਮੈਂ ਆਪਣੇ ਕੌਨਫੀਡੈਂਸ ਨੂੰ ਕਿੱਦਾਂ ਬੂਸਟ ਕਰ ਸਕਦੀ। ਤੇ ਫਿਰ ਮੈਂ ਲਾਅ ਫੀਲਡ ਬਾਰੇ ਸੋਚਿਆ, ਬਿਕਾਜ਼ ਲਾਅ ਫੀਲਡ ਇੱਕ ਇੱਦਾਂ ਦੀ ਹੈ ਜਿੱਥੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਤੁਹਾਡਾ ਕੌਨਫੀਡੈਂਸ। ਤੇ ਜੇ ਤੁਹਾਡੇ ਅੰਦਰ ਕੌਨਫੀਡੈਂਸ ਆ, ਤੁਸੀਂ
ਖੁਦ ਨੂੰ ਇੰਨਾ ਪਿਆਰ ਕਰਦੇ ਹੋ, ਲੋਕਾਂ ਦੇ ਓਪੀਨੀਅਨਸ ਮੈਟਰ ਨਹੀਂ ਕਰਦੇ, ਤੁਸੀਂ ਲਾਈਫ ਦੇ ਵਿੱਚ ਕੋਈ ਵੀ ਮੁਕਾਮ ਹਾਸਿਲ ਕਰ ਹਾਸਿਲ ਸਕਦੇ ਕਰ ਸਕਦੇ ਹੋ। ਤਾਂ ਲਾਅ ਦੇ ਵੱਲ ਜਾਣ ਤੋਂ ਪਹਿਲੇ ਤੁਸੀਂ ਕੁਝ ਹੋਰ ਵੀ ਸੋਚਿਆ ਸੀ ਆਪਣੀ ਲਾਈਫ ਨੂੰ ਲੈ ਕੇ ਕਿ ਮੈਂ ਆ ਬਣਨਾ ਚਾਹੁੰਦੀ ਹਾਂ ਵੱਡੇ ਹੋ ਕੇ? ਬਿਲਕੁਲ, ਜਿੱਦਾਂ ਕਿ ਬਚਪਨ ਦੇ ਵਿੱਚ ਹਰ ਇੱਕ ਬੱਚੇ ਦਾ ਸੁਪਨਾ ਹੁੰਦਾ, ਆਪਾਂ ਛੋਟੇ ਹੁੰਦੇ ਤੇ ਸੋਚ ਲੈਂਦੇ ਕਿ ਵੱਡੇ ਕੁਛ ਨਾ ਹੋ ਕੇ ਕੁਛ ਦੇਖ ਆਪਾਂ ਕੇ inspiration ਆ ਜਾਂਦੀ ਹੈ ਕਿ ਹਾਂਜੀ ਅਸੀਂ ਆਹ ਹਰ ਕਿਸੇ ਦੇ ਬਣਾਂਗੇ। ਸੁਪਨੇ ਹੁੰਦੇ ਨੇ, ਤੇ ਮੈਂ ਮੇਰਾ ਬਚਪਨ ਤੋਂ ਸੁਪਨਾ ਸੀ ਕਿ ਮੈਂ 에ਅਰ ਹੋਸਟਸ ਬਣਨਾ। ਅੱਛਾ। ਮੈਂ ਖੁੱਲੇ ਅਸਮਾਨ ਦੇ ਉੱਪਰ ਉੱਡਣਾ ਚਾਹੁੰਦੀ ਹੁੰਦੀ ਸੀ ਕਿ ਮੈਨੂੰ ਸੀ ਕਿ ਮੈਂ ਉੱਥੇ ਤੱਕ ਪਹੁੰਚਾਂ ਜਿੱਥੇ ਕੋਈ ਨਾ ਪਹੁੰਚ ਸਕੇ, ਬਟ ਇਹ ਸੁਪਨਾ ਮੇਰਾ ਅਧੂਰਾ ਰਹਿ ਗਿਆ ਬਿਕਾਜ਼ ਫਿਜ਼ੀਕਲ ਅਪੀਅਰੈਂਸ 에ਅਰ ਹੋਸਟਸ ਲਾਈਨ ਸਭ ਤੋਂ ਜ਼ਿਆਦਾ ਮੈਟਰ ਕਰਦੀ ਆ। ਤੇ ਸਭ ਤੋਂ ਪਹਿਲਾਂ ਤਾਂ ਹਾਈਟ ਹੀ ਆਉਂਦੀ ਆ, ਬਿਕਾਜ਼ ਅੱਜ ਕੱਲ੍ਹ ਕੋਈ ਫੀਲਡ ਦੇ ਵਿੱਚ ਚਲੇ ਜਾਓ, ਕਿਸੇ ਜੌਬ ਲਈ ਚਲੇ ਜਾਓ, ਕੋਈ ਸ਼ੋਅ ਹੋਵੇ, ਕੁਛ ਵੀ ਹੋਵੇ, ਸਭ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਨੀਡ ਹੁੰਦੀ ਆ ਉਹ ਹਾਈਟ ਹੀ ਹੁੰਦੀ ਆ, ਰਿਕੁਆਇਰਮੈਂਟ ਸਭ ਤੋਂ ਪਹਿਲਾਂ ਹਾਈਟ ਹੁੰਦੀ ਆ। ਤੇ ਉਹ ਸੁਪਨਾ ਮੇਰਾ ਟੁੱਟ ਗਿਆ, ਤੇ ਉਸ ਤੋਂ ਬਾਅਦ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਲਾਈਫ ਦੇ ਵਿੱਚ ਮੈਂ ਕਦੇ ਐਦਾਂ ਦਾ ਕੁਝ ਕਰੂੰਗੀ ਕਿ ਮੈਂ ਲੋਕਾਂ ਲਈ ਇੰਸਪੀਰੇਸ਼ਨ ਬਣੂੰ। ਮੈਂ ਹਾਰਦੀ ਗਈ, ਮੈਂ ਟੁੱਟਦੀ ਰਹੀ, ਮੈਂ ਆਪਣਾ ਦੁੱਖ ਆਪਣੇ ਅੰਦਰ ਹੀ ਰੱਖਦੀ ਰਹੀ, ਬਹੁਤ ਜ਼ਿਆਦਾ ਨੈਗੇਟਿਵ ਹੋ ਗਈ ਸੀ ਇੱਕ ਟਾਈਮ ਤੇ ਮੈਂ, ਤੇ ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਲਾਈਫ 'ਚ ਕਦੇ ਕੁਝ ਕਰ ਪਾਉਂਗੀ, ਕਿਉਂਕਿ ਇੱਕ ਨੈਗੇਟਿਵਿਟੀ ਉਹ ਸੀ ਜੋ ਮੈਨੂੰ ਖੁਦ ਤੋਂ ਹੀ ਆ ਰਹੀ ਸੀ, ਕੁਝ ਨੈਗੇਟਿਵਿਟੀ ਮੈਨੂੰ ਲੋਕਾਂ ਤੋਂ ਵੀ ਆਬਵੀਅਸਲੀ, ਬਿਕਾਜ਼ ਉਹ ਮਤਲਬ ਸਪੋਰਟ ਤੁਹਾਨੂੰ ਘੱਟ ਕਰਦੇ ਨੇ ਬਟ ਤੁਹਾਡੀਆਂ ਲੱਤਾਂ ਜ਼ਿਆਦਾ ਖਿੱਚਦੇ ਨੇ, ਉਹਨਾਂ ਨੇ ਛੋਟੀ ਜਿਹੀ ਕਮੀ ਚਾਹੀਦੀ ਹੁੰਦੀ ਹੈ ਕਿ ਉਹ ਲੈਣ ਤੇ ਉਹ ਖੁਦ ਨਹੀਂ ਦੇਖਦੇ ਕਿ ਉਹਨਾਂ ਦੇ ਵਿੱਚ ਕੀ ਕਮੀਆਂ ਨੇ, ਬਟ ਉਹਨਾਂ ਨੂੰ ਦੂਜੇ ਬੰਦੇ 'ਚ ਕਮੀਆਂ ਹਮੇਸ਼ਾ ਹੀ ਜ਼ਿਆਦਾ ਦਿਖਦੀਆਂ ਨੇ। ਤੇ ਅਕਸਰ ਹੀ ਮੈਨੂੰ ਇਹ ਟੌਂਟ ਸੁਣਨ ਨੂੰ ਮਿਲਦੇ ਸੀ ਕਿ ਤੂੰ ਲਾਈਫ 'ਚ ਕੀ ਕਰੇਂਗੀ, ਤੇਰੀ ਹਾਈਟ ਛੋਟੀ ਆ ਜਾਂ ਤੂੰ ਮਤਲਬ ਬਹੁਤ ਕੁਝ ਸੀ ਉਹ, ਤੇ ਉਹ ਗੱਲਾਂ ਹਮੇਸ਼ਾ ਹੀ ਮੇਰੇ ਦਿਲ ਦੇ ਵਿੱਚ ਹੁੰਦੀਆਂ ਸੀ, ਮੈਂ ਬਹੁਤ ਜ਼ਿਆਦਾ ਨੈਗੇਟਿਵ ਹੋ ਜਾਂਦੀ ਸੀ। ਪੇਰੈਂਟਸ ਨਾਲ ਕਦੇ ਸ਼ੇਅਰ ਕੀਤੀ ਸੀ? ਨਹੀਂ, ਇਹ ਸਟਰੋਂਗ ਪੁਆਇੰਟ ਰਿਹਾ ਮੇਰਾ ਹੁਣ ਤੱਕ ਦਾ ਕਿ ਅੱਜ ਤੱਕ ਮੈਂ ਆਪਣੇ ਪੇਰੈਂਟਸ ਨੂੰ ਕਦੇ ਕੁਝ ਨਹੀਂ ਦੱਸਿਆ ਕਿ ਮੈਂ ਕੀ ਫੇਸ ਕਰ ਰਹੀ। ਜੇ ਤੁਸੀਂ ਵੀਕ ਵੀ ਹੁੰਦੇ ਸੀ ਉਹਨਾਂ ਦੇ ਸਾਹਮਣੇ ਕਦੀ ਵੀ ਨਹੀਂ ਮੈਂ ਰੋਇਆ? ਹਮੇਸ਼ਾ ਵਾਸ਼ਰੂਮ ਦੇ ਵਿੱਚ ਲੋਕ ਕੇ ਰੋਂਦੀ ਰਹੀ ਹਾਂ, ਜਾਂ ਮੈਂ ਸਾਰੀ ਰਾਤ ਆਪਣੇ ਰੂਮ 'ਚ ਰੋ ਲੈਣਾ, ਬਟ ਕਦੇ ਪੇਰੈਂਟਸ ਸਾਹਮਣੇ ਨਹੀਂ, ਬਿਕਾਜ਼ ਬੀਇੰਗ ਅ ਪੇਰੈਂਟ ਮੇਰੇ ਨਾਲੋਂ ਜ਼ਿਆਦਾ ਫਿਕਰ ਉਹਨਾਂ ਨੂੰ ਆ। ਜੇ ਮੈਂ ਵੀ ਰੋਜ਼ ਉਹਨਾਂ ਨੂੰ ਆ ਕੇ ਦੱਸਾਂ ਕਿ ਅੱਜ ਕਿਸੇ ਨੇ ਮੈਨੂੰ ਆ ਕਹਿ ਦਿੱਤਾ, ਅੱਜ ਕਿਸੇ ਨੇ ਮੇਰਾ ਐਦਾਂ ਮਜ਼ਾਕ ਉਡਾਇਆ, ਤੇ ਉਹਨਾਂ ਦੀ ਟੈਨਸ਼ਨ ਹੋਰ ਵੱਧ ਜਾਣੀ ਹੈ। ਤੇ ਮੈਂ ਖੁਦ ਨੂੰ ਸ਼ੁਰੂ ਤੋਂ ਹੀ ਬੋਝ ਮੰਨਦੀ ਆਈ ਹਾਂ ਆਪਣੇ ਪੇਰੈਂਟਸ ਦੇ ਉੱਤੇ, ਤੇ ਉਹ ਗੱਲਾਂ ਦੱਸ ਕੇ ਆਈ ਥਿੰਕ ਮੈਂ ਉਹਨਾਂ ਦੀ ਟੈਨਸ਼ਨ ਹੋਰ ਵਧਾ ਦਿੰਦੀ, ਜੋ ਕਿ ਮੈਂ ਬਿਲਕੁਲ ਨਹੀਂ ਚਾਹੁੰਦੀ ਸੀ, ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਮੈਨੂੰ ਰਾਣੀਆਂ ਵਾਂਗ ਰੱਖਿਆ ਆ। ਮੈਂ ਇੰਨੀ ਜ਼ਿਆਦਾ ਲਾਡਲੀ ਹਾਂ ਕਿ ਜੇ ਮੈਂ ਹੁਣ ਕੋਈ ਚੀਜ਼ ਮੰਗਾ ਉਸੇ ਟਾਈਮ ਹਾਜ਼ਰ ਹੁੰਦੀ ਸੀ, ਤੇ ਜਿਸ ਕਰਕੇ ਮੈਂ ਬਹੁਤ ਫਾਇਦਾ ਵੀ ਬਹੁਤ ਚੱਕਿਆ ਆ। ਤੇ ਮੇਰੇ ਬ੍ਰਦਰ ਨੂੰ ਹਮੇਸ਼ਾ ਤੋਂ ਹੀ ਗਾਲਾਂ ਪੈਂਦੀਆਂ ਰਹੀਆਂ ਕਿ ਕੁਝ ਵੀ ਕਰ, ਤੇਰੀਆਂ ਸਾਰੀਆਂ ਗਲਤੀਆਂ ਮਾਫ ਆ, ਬਸ ਤੇਰੇ ਕਰਕੇ ਕੁੜੀ ਨਹੀਂ ਰੋਣੀ ਚਾਹੀਦੀ, ਕੁੜੀ ਨੂੰ ਕੁਝ ਨਹੀਂ ਕਹਿਣਾ। ਬਿਲਕੁਲ, ਤੇ ਮੋਟੀਵੇਸ਼ਨ ਪਰਿਵਾਰ ਦੇ ਵੱਲੋਂ ਆਂਦਾ ਰਿਹਾ। ਬਿਲਕੁਲ, ਮੇਰੀ ਫੈਮਿਲੀ ਨੇ ਮੈਨੂੰ ਹੁਣ ਤੱਕ ਬਹੁਤ ਸਪੋਰਟ ਕੀਤਾ, ਮੇਰੇ ਬ੍ਰਦਰ ਦੀ ਵੀ ਬਹੁਤ ਜ਼ਿਆਦਾ ਸਪੋਰਟ ਆ, ਈਵਨ ਮੇਰੇ ਸੋਸ਼ਲ ਮੀਡੀਆ ਨੂੰ ਲੈ ਕੇ ਵੀ ਉਹ ਮੈਨੂੰ ਬੋਲਦਾ ਆ ਕਿ ਤੂੰ ਅਪਡੇਟ ਕਿਉਂ ਨਹੀਂ ਰਹਿੰਦੀ। ਬਟ ਇਹ ਬਹੁਤ ਜ਼ਿਆਦਾ ਅਪਡੇਟ ਰਹਿੰਦੇ ਨੇ ਕਿ ਇੱਥੇ ਆਉਣ ਲਈ ਵੀ ਇਹਨਾਂ ਨੇ ਮਤਲਬ ਮੈਨੂੰ 1 ਮਿੰਟ ਨਹੀਂ ਲਾਇਆ ਕਿ ਹਾਂਜੀ ਅਸੀਂ ਤੁਹਾਨੂੰ ਮਿਲਣਾ। ਮੈਂ ਕਿਹਾ ਕਿ ਮਿਲਣਾ ਤੇ ਆ ਗਏ ਸੀ ਕਿ ਹਾਂਜੀ ਚਲੋ ਅਸੀਂ ਬੈਠਦੇ ਗੱਲਾਂ ਬਾਤਾਂ ਕਰਦੇ। ਮੈਂ ਕਿਹਾ ਅਸੀਂ ਇੰਟਰਵਿਊ ਕੋਈ ਨਹੀਂ ਲੈਣੀ, ਸਿਰਫ ਨਾਰਮਲ ਗੱਲਬਾਤ ਕਰਨੀ ਹੈ, ਪੁੱਛੀਏ ਦੇਖੀਏ ਕਿ ਕਿਹੋ ਜਿਹਾ ਇਹਨਾਂ ਦਾ ਸਫ਼ਰ ਚੱਲ ਰਿਹਾ, ਕਿਉਂਕਿ ਆਨਲਾਈਨ ਤੇ ਦੇਖੋ ਨਾ ਤਾਂ ਗਲੈਮ ਫੁੱਲ ਔਨ ਇਹ ਰੈਡੀ ਹੋ ਕੇ ਆਲ ਟਾਈਮ ਰੈਡੀ ਹੁੰਦੇ ਆ, ਤੇ ਉਹ ਤਾਂ ਸਾਨੂੰ ਵੀ ਇੰਸਪੀਰੇਸ਼ਨ ਮਿਲ ਰਹੀ ਸੀ ਕਿ ਜੇ ਇਹ ਰੈਡੀ ਇਦਾਂ ਹੋ ਰਹੇ ਆ, ਰੋਜ਼ ਇਹਨਾਂ ਨੂੰ ਮੋਟੀਵੇਸ਼ਨ ਆ ਰਹੀ ਕਿ ਤਿਆਰ ਹੋ ਕੇ ਨਵੇਂ ਸੂਟ ਪਾ ਕੇ ਅਸੀਂ ਪੋਸਟ ਕਰੀਏ, ਤਾਂ ਸਾਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ। ਸੋ ਇੱਥੇ ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹੁੰਦੀ, ਤੁਸੀਂ ਕਿਹਾ ਕਿ ਆਸ-ਪਾਸ ਦੇ ਲੋਕ ਕਾਫੀ ਜ਼ਿਆਦਾ ਤੁਹਾਡੀ ਲੱਤਾਂ ਖਿੱਚਦੇ ਨੇ ਕਿ ਤੁਹਾਡੀ ਹਾਈਟ ਕਰਕੇ ਇੱਕ ਰਿਸਟ੍ਰਿਕਸ਼ਨ ਸੀਗੀ, ਉਹਨਾਂ ਨੇ ਉਸ ਚੀਜ਼ ਦਾ ਇੱਕ ਮੁੱਦਾ ਬਣਾ ਲਿਆ। ਇਹੀ ਚੀਜ਼ ਜੇ ਅਸੀਂ ਕਹੀ ਕਿਸੇ ਹੋਰ ਸ਼ਖਸ 'ਚ ਹੁੰਦੀ, ਜਿੱਦਾਂ ਕਿਸੇ ਆਦਮੀ 'ਚ ਹੁੰਦੀ, ਤਾਂ ਉਸ ਨੂੰ ਕਿਹਾ ਜਾਂਦਾ ਕਿ ਇਹ ਤੇਰੇ 'ਚ ਕਮੀ ਹੈ, ਤੈਨੂੰ ਇਹਨੂੰ ਓਵਰਕਮ ਕਰਕੇ ਨਾ ਜ਼ਿੰਦਗੀ ਦੇ ਵਿੱਚ ਬਾਹਰ ਆਉਣਾ, ਘਰੋਂ ਬਾਹਰ ਨਿਕਲਣਾ, ਤੈਨੂੰ ਆਪਣੀ ਰੋਜ਼ੀ ਰੋਟੀ ਕਮਾਉਣੀ ਹੈ, ਤੂੰ ਘਰ ਦਾ ਬ੍ਰੈਡ ਅਰਨਰ ਆ, ਤੈਨੂੰ ਘਰ ਦੇ ਲਈ ਰੋਟੀ ਲਿਆਉਣੀ ਪੈਣੀ। ਬਟ ਕੁੜੀਆਂ ਦੇ ਲਈ ਕਿਹਾ ਜਾਂਦਾ ਕਿ ਕੋਈ ਗੱਲ ਨਹੀਂ, ਜੇ ਕੁੜੀਆਂ ਕੋਈ ਇਹ ਚੀਜ਼ ਨਹੀਂ ਹੈਗੀ ਤਾਂ ਤੁਹਾਡੇ ਲਈ ਇੱਕ ਆਪਸ਼ਨ ਤਾਂ ਹੈਗਾ ਹੀ ਆ ਕਿ ਤੁਸੀਂ ਘਰ ਬਹਿ ਜਾਓ, ਵਿਆਹ ਕਰਾ ਦਿੰਦੇ ਆ, ਘਰ ਬਹਿ ਕੇ ਘਰ ਚੁੱਲ੍ਹਾ ਚੌਂਕਾ ਸਾਂਭੋ, ਇਹੀ ਤੁਹਾਡੇ ਲਈ ਜ਼ਿੰਦਗੀ। ਇਹ ਪ੍ਰੈਸ਼ਰ ਮੇਰੇ ਤੇ ਵਿਆਹ ਨੂੰ ਲੈ ਕੇ ਵੀ ਬਹੁਤ ਰਿਹਾ, ਰਿਸ਼ਤੇਦਾਰਾਂ ਵੱਲੋਂ ਵੀ ਬਹੁਤ ਟੌਂਟ ਮਿਲਦੇ ਸੀ ਕਿ ਇਹਦੇ ਲਈ ਤੁਸੀਂ ਮੁੰਡਾ ਕਿੱਦਾਂ ਲੱਭੋਗੇ। ਤੇ ਟੂ ਬੀ ਓਨੈਸਟ, ਜੇ ਮੈਂ ਅੱਜ ਇਸ ਮੁਕਾਮ ਤੇ ਆ ਤੇ ਹੁਣ ਰਿਸ਼ਤਿਆਂ ਦੀ ਲਾਈਨ ਲੱਗੀ ਪਈ ਆ, ਤੇ ਹੁਣ ਮੈਂ ਨਾ ਕਰਦੀ ਹਾਂ ਕਿ ਮੈਂ ਹਜੇ ਆਪਣੀ ਲਾਈਫ ਨੂੰ ਹੋਰ ਇੰਪਰੂਵ ਕਰਨਾ ਹੈ। ਸਮਾਂ ਬਦਲ ਗਿਆ। ਜਦੋਂ ਤੁਸੀਂ ਇੱਕ ਮੁਕਾਮ ਤੇ ਹੁੰਨੇ ਹੋ ਤੇ ਫਿਰ ਲੋਕ ਖੁਦ ਆਉਂਦੇ ਆ ਤੁਹਾਡੇ ਕੋਲ, ਫਿਰ ਤੁਹਾਨੂੰ ਉਹਨਾਂ ਕੋਲ ਜਾਣ ਦੀ ਲੋੜ ਨਹੀਂ ਪੈਂਦੀ। ਉਹੀ ਨਾ ਕਹਿੰਦੇ ਕਿ ਇਹ ਰਿਸ਼ਤੇਦਾਰ ਜਾਂ ਆਸ-ਪਾਸ ਵਾਲੇ ਲੋਕ ਜ਼ਰੂਰ ਕਹਿੰਦੇ, ਸਾਡੇ ਪੇਰੈਂਟਸ ਦੇ ਦਿਲਾਂ ਦੇ ਵਿੱਚ ਅਜਿਹਾ ਕੁਝ ਨਹੀਂ ਹੁੰਦਾ। ਤੇ ਉਹਨਾਂ ਨੇ ਜਦੋਂ ਤੁਸੀਂ ਕਿਹਾ ਕਿ ਹਾਂ ਮੈਂ ਲਾਅ ਕਰਨੀ, ਕੀ ਰਿਐਕਸ਼ਨ ਸੀ ਤੁਹਾਡੇ ਫਾਦਰ ਦਾ ਜਾਂ ਤੁਹਾਡੇ ਮਦਰ ਦਾ? ਮੰਮਾ ਪਾਪਾ ਨੂੰ ਜਿੱਦਾਂ ਕਿ ਮੈਂ ਉਹਨਾਂ ਨਾਲ ਕਦੇ ਖੁੱਲ ਕੇ ਸ਼ੇਅਰ ਤਾਂ ਨਹੀਂ ਕੀਤਾ ਕਿ ਮੈਂ ਆਹ ਚੀਜ਼ਾਂ ਫੇਸ ਕਰ ਰਹੀ ਹਾਂ, ਬਟ ਉਹਨਾਂ ਨੂੰ ਇਹ ਪਤਾ ਸੀ ਕਿ ਮੈਂ ਡਰਦੀ ਹਾਂ। ਈਵਨ ਬਹੁਤ ਫੈਮਿਲੀ ਫੰਕਸ਼ਨਸ ਵੀ ਇੱਦਾਂ ਦੇ ਹੁੰਦੇ ਸੀ ਕਿ ਮੈਂ ਨਾ ਕਰ ਦਿੰਦੀ ਹੁੰਦੀ ਸੀ, ਸਿਰਫ ਆਪਣੇ ਡਰ ਕਰਕੇ ਕਿ ਮੈਂ ਜੇ ਕਿਤੇ ਜਾਂਦੀ ਹਾਂ ਤੇ ਪੇਰੈਂਟਸ ਨੂੰ ਬਹੁਤ ਕੁਝ ਸੁਣਨ ਨੂੰ ਮਿਲਦਾ ਹੁੰਦਾ ਸੀ, ਪੁਆਇੰਟ ਆਊਟ ਹੁੰਦੇ ਬਹੁਤ ਜ਼ਿਆਦਾ, ਹਨਾ, ਕਿ ਉਹਨਾਂ ਨੂੰ ਹਮੇਸ਼ਾ ਕਿਹਾ ਜਾਂਦਾ ਸੀ ਕੁੜੀਆਂ ਤਾਂ ਵੈਸੇ ਹੀ ਬਹੁਤ ਲੰਬੀਆਂ ਹੁੰਦੀਆਂ, ਤੁਹਾਡੀ ਕੁੜੀ 'ਚ ਕੀ ਕਮੀ ਆ ਜਾਂ ਕੁਝ। ਤੇ ਉਹ ਚੀਜ਼ਾਂ ਜਦੋਂ ਮੇਰੇ ਸਾਹਮਣੇ ਹੁੰਦੀਆਂ ਸੀ ਤੇ ਉਹ ਮੈਨੂੰ ਫੀਲ ਹੁੰਦੀਆਂ ਸੀ, ਤੇ ਮੈਂ ਜਾਣਾ ਬੰਦ ਕਰਤਾ ਸੀ ਫੈਮਿਲੀ ਫੰਕਸ਼ਨਸ ਦੇ ਵਿੱਚ। ਚਲੋ ਪੇਰੈਂਟਸ ਨੂੰ ਐਟਲੀਸਟ ਤੁਸੀਂ ਉਹਨਾਂ ਦੇ ਲਈ ਉਸੇ ਵੇਲੇ ਸਟੈਂਡ ਲੈਣਾ ਸ਼ੁਰੂ ਕਿ ਉਹਨਾਂ ਨੂੰ ਇਹ
embarrassment ਨਾ ਹੋਣ ਮੈਨੂੰ ਤਾਂ ਲੱਗੇ। ਗੁੱਸਾ ਵੀ ਬਹੁਤ ਆਉਂਦਾ ਹੁੰਦਾ ਸੀ, ਬਟ ਮੈਨੂੰ ਹਮੇਸ਼ਾ ਮੰਮਾ ਨੇ ਇਹ ਗੱਲ ਸਿਖਾਈ ਆ ਕਿ ਤੂੰ ਜਵਾਬ ਨਹੀਂ ਦੇਣਾ। ਜਦੋਂ ਅਸੀਂ ਨਹੀਂ ਜਵਾਬ ਦਿੰਦੇ ਤੇ ਸਾਡਾ ਰੱਬ ਜਵਾਬ ਦਿੰਦਾ ਆ। Right. ਤੇ ਉਹ ਚੀਜ਼ਾਂ ਮੈਂ ਹੁਣ ਆਪਣੀ ਲਾਈਫ ਦੇ ਵਿੱਚ ਐਕਸਪੀਰੀਅੰਸ ਕਰ ਰਹੀ ਹਾਂ ਕਿ ਮੈਂ ਨਹੀਂ ਜਵਾਬ ਦਿੱਤਾ ਤੇ ਸੱਚੀ ਹੁਣ ਰੱਬ ਨੇ ਬਾਂਹ ਫੜੀ ਹੋਈ ਆ। ਬਾਂਹ ਫੜੀ ਹੋਈ ਹੈ। ਤੇ ਜਦੋਂ ਮੈਂ ਪਾਪਾ ਨੂੰ ਦੱਸਿਆ, ਮੈਂ ਆਰਟ ਸਟੂਡੈਂਟ ਆ ਤੇ ਉਹ ਮੇਰਾ ਰੀਜ਼ਨ ਇਹ ਸੀ ਕਿ ਮੈਨੂੰ ਸੀ ਕਿ ਮੈਂ ਫਰਦਰ ਸਟੱਡੀਜ਼ ਨਹੀਂ ਕਰਨੀਆਂ ਤੇ ਮੈਂ ਆਪਣੀ ਪੜ੍ਹਾਈ ਛੱਡ ਦੇਣੀ ਆ ਵਿੱਚ ਹੀ। ਮੈਂ ਪਲੱਸ 2 ਕਰੂੰਗੀ, ਇਹ ਮੈਡੀਕਲ ਨਾਨ ਮੈਡੀਕਲ ਕਰਨ ਦਾ ਫਾਇਦਾ ਨਹੀਂ ਆ ਇੰਨਾ ਬੋਝ ਪਾਉਣ ਦਾ ਜਦ ਮੈਂ ਅੱਗੇ ਕੁਝ ਕਰਨਾ ਹੀ ਨਹੀਂ ਆ। ਤੇ ਪਾਪਾ ਵਾਸ ਥਿੰਕਿੰਗ ਕਿ ਮੈਂ ਮੈਡੀਕਲ ਸਟੂਡੈਂਟ ਬਣੂੰਗੀ ਜਾਂ ਮੈਂ ਅੱਗੇ ਕੁਝ ਕਰੂੰਗੀ, ਬਟ ਮੇਰਾ ਕੁਝ ਇੱਦਾਂ ਦਾ ਨਹੀਂ ਪਲਾਨ ਸੀ। ਤੇ ਮੈਂ ਪਾਪਾ ਡਿਊਟੀ ਤੇ ਸੀ, ਮੈਂ ਉਹਨਾਂ ਨੂੰ ਕਾਲ ਕੀਤੀ ਕਿ ਮੈਂ ਕੱਲ ਐਡਮਿਸ਼ਨ ਕਰਾਉਣੀ ਆ ਪਲੱਸ 1 ਦੇ ਵਿੱਚ ਤੇ ਮੈਂ ਆਰਟਸ ਰੱਖਣੀ ਆ। ਉਹਨਾਂ ਨੇ ਮੈਨੂੰ ਕਿਹਾ ਕਿ ਆਰਟਸ ਕਰਨ ਨਾਲੋਂ ਤੂੰ ਘਰੇ ਬਹਿ ਜਾ, ਤੂੰ ਨਾ ਹੀ ਪੜ੍ਹ। ਤੇ ਉਹ ਚੀਜ਼ ਮੈਨੂੰ ਮਤਲਬ ਬੜੀ ਬੁਰੀ ਲੱਗੀ ਹੈ ਨਾ, ਕਿਉਂਕਿ ਉਹਨਾਂ ਨੇ ਮੇਰਾ ਉਹ ਜਿਹੜਾ ਡਰ ਸੀ, ਉਹਨਾਂ ਨੂੰ ਉਸ ਟਾਈਮ ਉਹ ਨਹੀਂ ਪਤਾ ਸੀ ਕਿ ਮੈਂ ਕੀ ਚਾਹੁੰਦੀ ਹਾਂ ਕੁਛ, ਹੈ ਨਾ। ਬਟ ਮੰਮਾ ਨੇ ਮੈਨੂੰ ਬਹੁਤ ਸਪੋਰਟ ਕੀਤੀ। ਮੰਮਾ ਕਹਿੰਦੇ ਕੋਈ ਗੱਲ ਨਹੀਂ, ਉਹਨਾਂ ਨੂੰ ਹਜੇ ਨਹੀਂ ਪਤਾ ਤੇਰੀਆਂ ਗੱਲਾਂ, ਮੈਂ ਸਾਰਾ ਦਿਨ ਤੇਰੇ ਨਾਲ ਰਹਿੰਦੀ, ਮੈਨੂੰ ਪਤਾ ਤੂੰ ਕੀ ਫੇਸ ਕਰਦੀ ਆ। ਤੇ ਉਹਨਾਂ ਨੇ ਮੈਨੂੰ ਇੰਨੀ ਗੱਲ ਬੋਲੀ ਤੇ ਮੈਂ ਮਤਲਬ ਬਹੁਤ ਫੀਲ ਹੋਇਆ ਮੈਨੂੰ ਕਿ ਮੇਰਾ ਡਰ ਜਿਹੜਾ ਉਹ ਮੇਰੇ ਅੰਦਰ ਹੀ ਸੀ। ਤੇ ਉਹ 2 ਸਾਲ ਮੈਂ ਬਹੁਤ ਔਖੇ ਕੱਟੇ ਆ। ਮੈਂ ਸਕੂਲ ਤੋਂ ਛੁੱਟੀਆਂ ਵੀ ਬਹੁਤ ਕੀਤੀਆਂ, ਮੈਨੂੰ ਹੁੰਦਾ ਸੀ ਬਸ ਪਲੱਸ 2 ਹੋ ਗਈ ਤੇ ਫਿਰ ਮੈਂ ਘਰ ਹੀ ਬੈਠੂੰਗੀ। ਬਟ ਫਿਰ ਜਸਟ ਫॉर द ਸੇਕ ਆਫ ਕਿ ਤੁਸੀਂ ਪੜ੍ਹਨਾ ਹੈ, ਤੁਸੀਂ ਉਹ ਪਲੱਸ 1 ਪਲੱਸ 2 ਆਰਟਸ ਚ ਲੈ ਲਈ ਸੀ। ਬਸ ਹਾਂ, ਵੀ ਮਤਲਬ ਇਹ ਕੁਝ ਇਹ ਨਹੀਂ ਸੋਚਿਆ ਸੀ ਕਿ ਲਾਅ ਮੈਂ ਕਰਨਾ ਕੀ ਕਰਨਾ। ਬਿਲਕੁਲ ਮੈਨੂੰ ਸੀ ਕਿ ਬਸ ਮੈਂ ਕਿਸੇ ਵੀ ਤਰ੍ਹਾਂ ਬਸ ਇਹ 12ਵੀਂ ਕਰ ਲਵਾਂ, ਕਿ ਕਹਿੰਦੇ ਨਾ ਕਿ 10ਵੀਂ 12ਵੀਂ ਤੋਂ ਪੜ੍ਹਨਾ ਬਿਲਕੁਲ ਹਾਂ, ਬਿਲਕੁਲ ਮੈਨੂੰ ਸੀ ਕਿ ਬਸ ਇੱਕ ਪਲੱਸ 2 ਵਾਲਾ ਟੈਗ ਜਿਹੜਾ ਉਹ ਮੈਨੂੰ ਮਿਲ ਜੇ, ਦੈਟਸ ਇਟ। ਬਟ ਇੱਦਾਂ ਹੀ ਇੱਕ ਦਿਨ ਘਰ ਦੇ ਵਿੱਚ ਕੋਈ ਗੱਲ ਚੱਲ ਰਹੀ ਸੀ, ਫੈਮਿਲੀ ਡਿਸਕਸ਼ਨ ਨਾਰਮਲ। ਅੱਜ ਤੱਕ ਮੇਰੇ ਪੇਰੈਂਟਸ ਮਤਲਬ ਲਾਅ ਤੋਂ ਪਹਿਲਾਂ ਕਦੇ ਮੇਰੇ ਪੇਰੈਂਟਸ ਨੇ ਮੈਨੂੰ ਪੁੱਛਿਆ ਨਹੀਂ ਸੀ ਕਿ ਮੇਰੇ ਫਿਊਚਰ ਪਲਾਨਸ ਕੀ ਨੇ, ਕਿਉਂਕਿ ਉਹਨਾਂ ਨੂੰ ਮੇਰੇ ਡਰ ਦਾ ਕਿਤੇ ਨਾ ਕਿਤੇ ਅੰਦਾਜ਼ਾ ਵੀ ਸੀਗਾ। ਉਹ ਤੁਹਾਨੂੰ ਹੋਰ ਘਬਰਾਉਣਾ ਨਹੀਂ, ਤੁਹਾਨੂੰ ਪ੍ਰੋਟੈਕਟ ਕਰਨ ਦਾ ਨਾ ਇੱਕ ਪੇਰੈਂਟਸ ਹੁੰਦਾ ਕਿ ਅਸੀਂ ਬੱਚੇ ਨੂੰ ਪ੍ਰੋਟੈਕਟ ਹਾਂਜੀ, ਕਿਉਂਕਿ ਮੈਂ ਉਹਨਾਂ ਦੀ ਕਦੇ ਵੀ ਕੋਈ ਗੱਲ ਨੈਗੇਟਿਵ ਨਹੀਂ ਲਈ, ਕਿਉਂਕਿ ਮੈਨੂੰ ਪਤਾ ਆ ਕਿ ਉਹ ਮੈਨੂੰ ਸ਼ੁਰੂ ਤੋਂ ਹੀ ਸਪੋਰਟ ਕਰਦੇ ਆ ਰਹੇ ਨੇ ਤੇ ਉਹ ਮੈਨੂੰ ਪਿਆਰ ਵੀ ਬਹੁਤ ਕਰਦੇ ਨੇ। ਤੇ ਬ੍ਰਦਰ ਦੇ ਫਿਊਚਰ ਦੀ ਡਿਸਕਸ਼ਨ ਹੋ ਰਹੀ ਸੀ ਤੇ ਉਹ ਗੱਲਾਂ ਕਿਤੇ ਨਾ ਕਿਤੇ ਮੈਨੂੰ ਚੁਭੀਆਂ। ਉਹ ਮਤਲਬ ਉਹਨਾਂ ਵੱਲੋਂ ਕੁਝ ਨੈਗੇਟਿਵ ਨਹੀਂ ਸੀ, ਬਟ ਮੈਨੂੰ ਸੀ ਕਿ ਮੈਨੂੰ ਅੱਜ ਤੱਕ ਕਦੇ ਨਹੀਂ ਇਹਨਾਂ ਨੇ ਪੁੱਛਿਆ ਕਿ ਤੂੰ ਕੀ ਕਰਨਾ। ਬਟ ਫਿਰ ਮੈਂ ਇਹ ਵੀ ਸੋਚਿਆ ਕਿ ਮੈਂ ਕੀ ਕੀਤਾ ਅੱਜ ਤੱਕ ਜਿਹੜਾ ਉਹ ਮੈਨੂੰ ਇਹ ਚੀਜ਼ ਪੁੱਛਣ। ਮੈਂ ਵੀ ਨਹੀਂ ਕੋਈ ਸਟੈਪ ਲਿੱਤਾ। ਅਗਰ ਉਹਨਾਂ ਨੇ ਨਹੀਂ ਪੁੱਛਿਆ, ਗਲਤੀ ਤਾਂ ਮੇਰੀ ਆ ਕਿ ਮੈਂ ਉਹਨਾਂ ਨੂੰ ਕਦੇ ਇਹ ਚੀਜ਼ ਰਿਅਲਾਈਜ਼ ਹੀ ਨਹੀਂ ਕਰਾਈ ਕਿ ਮੈਂ ਵੀ ਕੁਝ ਕਰ ਸਕਦੀ ਹਾਂ। ਆਪਣੇ ਆਪ ਨੂੰ ਹੀ ਲੈ ਕੇ ਬਿਲਕੁਲ, ਜੇ ਮੈਂ ਖੁਦ ਆਪਣੇ ਆਪ ਨੂੰ ਲੈ ਕੇ ਨੈਗੇਟਿਵ ਆ, ਪੇਰੈਂਟਸ ਤਾਂ ਆਬਵੀਅਸਲੀ ਹੋਣਗੇ, ਉਹ ਮੇਰੇ ਤੇ ਬੋਝ ਪਾਣਗੇ ਨਹੀਂ। ਜਾਂ ਅਗਰ ਉਹ ਮੈਨੂੰ ਫੋਰਸ ਵੀ ਕਰਦੇ ਤਾਂ ਮੈਨੂੰ ਖੁਦ ਬੁਰਾ ਲੱਗੇਗਾ ਕਿ ਮੇਰੇ ਪੇਰੈਂਟਸ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ। ਅਸੀਂ ਵੀ ਕੁੜੀਆਂ ਉਸ ਚੀਜ਼ ਨੂੰ ਨੈਗੇਟਿਵ ਵੀ ਲੈ ਜਾਂਦੀ ਕਿ ਪੇਰੈਂਟਸ ਪ੍ਰੈਸ਼ਰਾਈਜ਼ ਕਰ ਰਹੇ, ਮੇਰਾ ਬਟ ਮੈਂ ਉਹ ਹਰ ਇੱਕ ਚੀਜ਼ ਨੂੰ ਇੰਨਾ ਪੋਜ਼ਿਟਿਵ ਲਿਆ। ਤੇ ਜਦੋਂ ਉਹਨਾਂ ਨੇ ਪੁੱਛਿਆ ਬ੍ਰਦਰ ਨੂੰ ਇਹ ਗੱਲ ਕਹੀ ਕਿ ਤੂੰ ਸਾਡਾ ਸਾਨੂੰ ਤੂੰ ਹੀ ਸਾਂਭਣਾ ਸਭ ਤੋਂ ਮਤਲਬ ਸਭ ਕੁਝ ਹੋਣ ਤੋਂ ਬਾਅਦ, ਰਿਟਾਇਰਮੈਂਟ ਤੋਂ ਬਾਅਦ ਜਾਂ ਜਿੱਦਾਂ ਵੀ, ਕਿਉਂਕਿ ਆਪਣੇ ਇੰਡੀਅਨ ਸੋਸਾਇਟੀ ਦੇ ਵਿੱਚ ਹੁੰਦਾ ਹੀ ਆ ਕਿ ਮੁੰਡਿਆਂ ਨੂੰ ਹਮੇਸ਼ਾ ਪ੍ਰੈਫਰੈਂਸ, ਮੁੰਡਿਆਂ ਨੂੰ ਬਿਲਕੁਲ ਕਿ ਉਹੀ ਕਮਾਉਣਗੇ ਤੇ ਉਹੀ ਸਾਨੂੰ ਸਾਂਭਣਗੇ। ਉਹ ਚੀਜ਼ ਮੈਨੂੰ ਬਹੁਤ ਜ਼ਿਆਦਾ ਪਿੰਚ ਕੀਤੀ ਕਿ ਮੁੰਡਾ ਹੀ ਕਿਉਂ ਸਾਂਭੂਗਾ, ਕੁੜੀ ਕਿਉਂ ਨਹੀਂ ਸਾਂਭ ਸਕਦੀ। ਮੇਰੇ 'ਚ ਇੱਦਾਂ ਦੀ ਕੀ ਕਮੀ, ਸਿਰਫ ਇੱਕ ਹਾਈਟ, ਉਹ ਤੋਂ ਇਲਾਵਾ ਕੀ ਕਮੀ ਆ? ਮੈਂ ਪੜ੍ਹ ਸਕਦੀ ਹਾਂ, ਮੈਂ ਕੁਝ ਵੀ ਗੇਨ ਕਰ ਸਕਦੀ ਹਾਂ। ਤੇ ਕਮਾਉਣ ਦੀ ਕੀ ਗੱਲ ਆ, ਮੈਂ ਭਰਾ ਤੋਂ ਵੱਧ ਕਮਾ ਸਕਦੀ ਹਾਂ। ਦੈਟ ਨਾਈਟ ਮੈਂ ਸਾਰੀ ਰਾਤ ਰੋਈ ਆ। ਉਹ ਸਿਰਫ ਮੈਨੂੰ ਪਤਾ ਕਿ ਉਹ ਰਾਤ ਮੈਂ ਕਿੱਦਾਂ ਕੱਟੀ ਆ। ਐਂਡ ਅਨਦਰ ਡੇ ਡੈਡ ਨੂੰ ਛੁੱਟੀ ਸੀ ਤਾਂ ਮੈਂ ਉਹਨਾਂ ਕੋਲ ਉੱਠ ਕੇ ਗਈ। ਮੈਂ ਕਿਹਾ ਮੈਂ ਲਾਅ ਕਰਨੀ। ਐਂਡ ਹੀ ਇਜ਼ ਸ਼ੌਕ। ਲਾਅ ਕੀ ਹੋਇਆ ਤੈਨੂੰ? ਮੈਂ ਕਿਹਾ ਮੈਂ ਲਾਅ ਕਰਨੀ ਆ। ਕਹਿੰਦੇ ਤੂੰ ਕਰ ਲੇਂਗੀ। ਮੈਂ ਕਿਹਾ ਕੀ ਨਹੀਂ ਕਰ ਸਕਦੀ ਮੈਂ। ਐਂਡ ਉਹ ਵੀ ਖੁਸ਼ ਸੀ, ਇਸੇ ਕੌਨਫੀਡੈਂਸ ਨਾਲ ਉਸ ਵੇਲੇ ਪ੍ਰੋਪਰ ਬਿਲਕੁਲ। ਮੈਂ ਕਿਹਾ ਮੈਂ ਕੀ ਨਹੀਂ ਕਰ ਸਕਦੀ। ਤੇ ਉਦੋਂ ਐਡਮਿਸ਼ਨਸ ਚੱਲ ਹੀ ਰਹੀਆਂ ਸੀ ਤੇ ਅਗਲੇ ਦਿਨ ਹੀ ਮੈਂ ਐਡਮਿਸ਼ਨ ਕਰਵਾਈ। ਤੇ ਉਹ ਇੱਕ ਰਾਤ ਦੇ ਵਿੱਚ ਇੱਕ ਰਾਤ ਦੇ ਵਿੱਚ ਕੌਨਫੀਡੈਂਸ ਆਪਣਾ ਸਾਰਾ ਨੈਗੇਟਿਵ ਵਾਈਬ ਸਭ ਕੁਝ ਪਿੱਛੇ ਛੱਡ ਕੇ ਤੁਸੀਂ ਅਗਲੇ ਦਿਨ ਸਵੇਰੇ ਉੱਠ ਕੇ ਖੜੇ ਹੋ ਗਏ। ਉਹੀ ਰਾਤ ਸੀ ਕਿ ਜਿੱਦਣ ਮੈਂ ਸਭ ਤੋਂ ਜ਼ਿਆਦਾ ਟੁੱਟੀ ਸੀ ਤੇ ਬਟ ਉਸ ਰਾਤ ਨੇ ਮੈਨੂੰ ਅੱਜ ਇੱਥੇ ਬਣਾਤਾ। ਜੇ ਉਹ ਸ਼ਾਇਦ ਕਨਵਰਸੇਸ਼ਨ ਮੈਂ ਨਾ ਸੁਣਦੀ ਤੇ ਸ਼ਾਇਦ ਅੱਜ ਮੈਂ ਇੱਥੇ ਨਾ ਹੁੰਦੀ। ਟਰਨਿੰਗ ਪੁਆਇੰਟ ਜ਼ਿੰਦਗੀ ਉਹ ਮੇਰਾ ਟਰਨਿੰਗ ਪੁਆਇੰਟ ਸੀ ਤੇ ਉਦੋਂ ਮੈਨੂੰ ਸਮਝ ਆਈ ਕਿ ਮੈਂ ਕੁਝ ਵੀ ਕਰ ਸਕਦੀ। ਤੇ ਹੁਣ ਮੈਨੂੰ ਇਦਾਂ ਆ ਕਿ ਇਨ ਫਿਊਚਰ ਕਦੇ ਵੀ ਮੇਰੇ ਪੇਰੈਂਟਸ ਨੂੰ ਲੋੜ ਹੋਵੇ ਤੇ ਨੋ ਡਾਊਟ ਬ੍ਰਦਰ ਮੇਰਾ ਵੱਡਾ ਆ, ਕਮਾਉਂਦਾ, ਉਹ ਵੀ ਮੈਨੂੰ ਬਹੁਤ ਪਿਆਰ ਕਰਦਾ, ਬਟ ਪੇਰੈਂਟਸ ਨੂੰ ਕਦੇ ਲੋੜ ਹੋਊਗੀ ਤਾਂ ਮੈਂ ਚਾਹੁੰਦੀ ਹਾਂ ਕਿ ਮੈਂ ਉਹਦੇ ਤੋਂ ਪਹਿਲਾਂ ਖੜੀ ਹੋਵਾਂ। ਬਿਲਕੁਲ ਸਹੀ ਕਿਹਾ। ਮਤਲਬ ਇਹ ਅਜਿਹਾ ਜਜ਼ਬਾ, ਅਜਿਹੀ ਪੋਜ਼ਿਟਿਵਿਟੀ, ਮਤਲਬ ਤੁਸੀਂ ਕਿਹਾ ਕਿ ਤੁਹਾਨੂੰ ਇੱਕ ਰਾਤ ਦੇ ਵਿੱਚ ਸਭ ਕੁਝ ਸੋਚ ਆਈ, ਪਰ 12ਵੀਂ ਦੇ ਵਿੱਚ ਬਹੁਤ ਛੋਟੀ ਉਮਰ ਹੁੰਦੀ ਹੈ। ਇੰਨੀ ਛੋਟੀ ਉਮਰ ਦੇ ਵਿੱਚ ਮਤਲਬ ਤੁਸੀਂ ਕਿੱਦਾਂ ਇਹ ਸਭ ਚੀਜ਼ਾਂ ਸੋਚ ਲਈਆਂ ਕਿ ਮੈਂ ਆਪਣੇ ਪੇਰੈਂਟਸ ਲਈ ਅਜਿਹਾ ਕਰਨਾ ਚਾਹੁੰਦੀ ਹਾਂ, ਮੈਂ ਆਪਣੇ ਆਪ ਨੂੰ ਬਿਲਡ ਅਪ ਕਰਨਾ, ਆਪਣੀ ਪੋਜ਼ਿਟਿਵਿਟੀ ਲੈ ਕੇ ਅੱਗੇ ਵਧੂੰਗੀ ਤਾਂ ਮੈਂ ਜ਼ਿੰਦਾ ਰਹੂੰਗੀ, ਆਪਣੀ ਲਾਈਫ ਨੂੰ ਹੈਪੀ ਕਰੂੰਗੀ। ਏਜ ਨਹੀਂ ਮੈਟਰ ਕਰਦਾ, ਐਕਸਪੀਰੀਅੰਸ ਬਹੁਤ ਮੈਟਰ ਕਰਦੇ ਨੇ ਤੁਹਾਡੀ ਲਾਈਫ ਦੇ ਵਿੱਚ, ਕਿਉਂਕਿ ਮੈਂ ਦੋਨੋਂ ਚੀਜ਼ਾਂ ਦੇਖ ਲਈਆਂ ਆਪਣੀ ਲਾਈਫ ਦੇ ਵਿੱਚ। ਫੇਲੀਅਰ ਵੀ ਦੇਖਿਆ ਮੈਂ। ਅਗਰ ਆਪਾਂ ਨੈਗੇਟਿਵ ਹੁੰਦੇ ਆ ਨਾ ਤੇ ਨੈਗੇਟਿਵ ਵਾਈਬਸ ਹੀ ਜ਼ਿਆਦਾਤਰ ਅਟਰੈਕਟ ਕਰਦੀਆਂ ਆਪਾਂ ਨੂੰ, ਤੇ ਜੇ ਅਸੀਂ ਪੋਜ਼ਿਟਿਵ ਹੁੰਦੇ ਤਾਂ ਲਾਈਫ ਪੋਜ਼ਿਟਿਵ ਹੁੰਦੀ ਆ। ਮੈਂ ਦੋਨੋਂ ਚੀਜ਼ਾਂ ਦੇਖੀਆਂ। ਜਦੋਂ ਮੈਂ ਨੈਗੇਟਿਵ ਸੀ ਮੇਰੀ ਲਾਈਫ 'ਚ ਸਭ ਕੁਝ ਨੈਗੇਟਿਵ ਚੱਲ ਰਿਹਾ ਸੀ। ਬਿਲਕੁਲ, ਕੋਈ ਮੇਰੇ ਵੱਲ ਵੈਸੇ ਵੀ ਦੇਖ ਕੇ ਹੱਸਦਾ ਸੀ ਨਾ ਕਿ ਮੈਂ ਕਿਊਟ ਆ ਜਾਂ ਕੁਝ, ਮੈਨੂੰ ਇਹ ਲੱਗ ਰਿਹਾ ਸੀ ਉਹ ਮੇਰਾ ਮਜ਼ਾਕ ਉਡਾਉਣ ਕਰਕੇ ਹੀ ਮੇਰੇ ਵੱਲ ਹੱਸ ਰਿਹਾ। ਮੇਬੀ ਉਹਦੇ ਦਿਮਾਗ 'ਚ ਅੱਛਾ ਥਾਟ ਹੀ ਹੋਵੇ। ਹਾਂ, ਤੇ ਉਹ ਚੀਜ਼ ਮੈਂ ਬਾਅਦ 'ਚ ਰਿਅਲਾਈਜ਼ ਕੀਤੀ। ਤੇ ਜਦੋਂ ਹੁਣ ਮੈਂ ਪੋਜ਼ਿਟਿਵ ਹੋਈ ਹਾਂ, ਹੁਣ ਚਾਹੇ ਕੋਈ ਹੱਸਦਾ ਜਿੱਦਾਂ ਮਰਜ਼ੀ ਆ, ਮੈਨੂੰ ਇਹ ਲੱਗਦਾ ਕਿ ਮੈਂ ਸ਼ਾਇਦ ਹੁਣ ਸੋਸ਼ਲ ਮੀਡੀਆ ਤੇ ਫੇਮਸ ਹੈ, ਸ਼ਾਇਦ ਕੋਈ ਮੈਨੂੰ
ਤੁਹਾਨੂੰ ਜਾਣਦਾ ਹੀ ਤੇ ਹੋਊਗਾ। fans ਆਉਂਦੇ ਆ ਆਪਣੇ ਆਪ ਹੀ। ਬਿਲਕੁਲ, ਹੁਣ ਮੈਂ ਹਰ ਇੱਕ ਚੀਜ਼ ਨੂੰ ਪੋਜ਼ਿਟਿਵ ਵੇ ਨਾਲ ਲੈਂਦੀ ਹਾਂ, ਮੈਂ ਬਿਲਕੁਲ ਨੈਗੇਟਿਵ ਨਹੀਂ ਹੁੰਦੀ। ਤੇ ਲਾਈਫ ਹੁਣ ਬਹੁਤ ਹੀ ਜ਼ਿਆਦਾ ਸੋਹਣੀ, ਐਂਡ ਜਦੋਂ ਦਾ ਮੈਂ ਖੁਦ ਨੂੰ ਪਿਆਰ ਕਰਨ ਲੱਗੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਨੂੰ ਕੋਈ ਕੁਝ ਕਹਿੰਦਾ ਜਾਂ ਨਹੀਂ। ਹਰ ਇੱਕ ਸ਼ੌਂਕ ਪੂਰਾ ਕਰ ਰਹੀ ਹਾਂ ਅੱਜ ਮੈਂ, ਸੋਸ਼ਲ ਮੀਡੀਆ ਤੇ ਵੀ ਤੇ ਆਪਣੇ ਵਰਕ ਕਰੀਅਰ ਦੇ ਉਹ ਤਾਂ ਵਿੱਚ ਅਸੀਂ ਦੇਖ ਰਹੇ ਹਾਂ, ਮਤਲਬ ਇਹਨਾਂ ਦਾ ਸੂਟਾਂ ਦੇ ਸ਼ੌਂਕ ਨੇ, ਨੇਲਸ ਦੇ ਸ਼ੌਂਕ ਨੇ, ਮੇਕਅਪ, ਐਵਰੀਥਿੰਗ, ਇਹਨਾਂ ਨੂੰ ਇਅਰਿੰਗਸ ਦਾ ਸੂਟਾਂ ਤੋਂ ਮੈਨੂੰ ਬਹੁਤ ਟੌਂਟ ਮਿਲਦੇ ਹੁੰਦੇ ਸੀ, ਜਿੱਦਾਂ ਅੱਛਾ। ਮੈਂ ਜਦੋਂ ਪਹਿਲਾਂ ਸੂਟ ਪਾਉਣੇ ਨਾ, ਮੈਨੂੰ ਸਾਰੇ ਕਹਿੰਦੇ ਸੀ ਕਿ ਸੂਟਾਂ 'ਚ ਤੂੰ ਬਹੁਤ ਮੈਚਿਓਰ ਲੱਗਦੀ ਆ, ਤੇ ਮੈਂ ਸੂਟ ਪਾਣੇ ਛੱਡਤੇ ਕਿਉਂਕਿ ਮੈਂ ਜ਼ਿਆਦਾ ਨੋਟਿਸ ਹੋਣ ਲੱਗ ਗਈ ਸੀ। ਜਦੋਂ ਮੈਂ ਕਿਤੇ ਪੇਰੈਂਟਸ ਨਾਲ ਬਾਹਰ ਜਾਣਾ ਨਾ, ਮੈਂ ਸੂਟ ਪਾਣੇ ਛੱਡਤੇ। ਬਟ ਫਿਰ ਜਦੋਂ ਹੁਣ ਮੈਂ ਦੇਖਦੀ ਹਾਂ ਕਿ ਜੇ ਮੈਂ ਹੁਣ ਨੋਟਿਸ ਹੋ ਹੀ ਰਹੀ ਹਾਂ, ਕਿਉਂ ਮੈਂ ਆਪਣੇ ਸ਼ੌਂਕ ਮਾਰਾਂ? ਜੇ ਮੈਂ ਸੂਟਾਂ 'ਚ ਜ਼ਿਆਦਾ ਸੋਹਣੀ ਲੱਗਦੀ ਹਾਂ, ਓਬਵੀਅਸਲੀ ਮੈਂ ਸੂਟ ਸੂਟ ਪਾਉਂਗੀ। ਪਾਉਂਗੀ, ਜਿਹੜੀ ਚੀਜ਼ ਮੈਨੂੰ ਪਸੰਦ ਹੈਗੀ ਹੈ ਤੇ ਬਿਲਕੁਲ। ਮੈਂ ਤਾਂ ਪਾਉਂਗੀ। ਸੂਟਾਂ ਦੀ ਕਲੈਕਸ਼ਨ ਵੀ ਇਹਨਾਂ ਦੀ ਫੁੱਲ ਔਨ ਹੈ। ਔਰ ਇੱਕ ਹੋਰ ਮੈਂ ਕਲੈਕਸ਼ਨ ਦੀ ਗੱਲ ਕਰਾਂਗੀ, ਇਹਨਾਂ ਨੇ ਹਾਲ ਹੀ ਦੇ ਵਿੱਚ ਨਾ ਆਪਣਾ ਇੱਕ ਬ੍ਰਾਈਡਲ ਸ਼ੂਟ ਕਰਵਾਇਆ। ਬਹੁਤ ਹੀ ਸੋਹਣੇ ਲੱਗ ਰਹੇ ਸੀ ਉਸ ਦੀ ਪਿਕਚਰ। ਮੇਰੇ ਉਸ ਬ੍ਰਾਈਡਲ ਸ਼ੂਟ ਨੇ ਬਹੁਤ ਮੁੰਡਿਆਂ ਦੇ ਦਿਲ ਤੋੜੇ ਆ ਤੋੜੇ ਆ। ਅੱਛਾ, ਮਤਲਬ ਉਹਨਾਂ ਨੂੰ ਸ਼ੂਟ ਸੀਗਾ ਬਟ ਮੁੰਡਿਆਂ ਨੂੰ ਲੱਗਾ ਕਿ ਇਹਨਾਂ ਦਾ ਮੈਂ ਵਿਆਹ ਵਿਆਹ ਹੋ ਗਿਆ। ਬਿਲਕੁਲ। ਸੋ ਹੁਣ ਜਿਹੜੇ ਰਿਸ਼ਤੇ ਪਹਿਲੇ ਸੋਚਦੇ ਸੀ ਕਿ ਰਿਸ਼ਤੇ ਕਿਵੇਂ ਆਉਗੇ, ਉਹਦੀ ਰਿਸ਼ਤਿਆਂ ਦੀ ਲਾਈਨ ਵੀ ਨਹੀਂ, ਉਹ ਰਿਸ਼ਤੇ ਹਜੇ ਵੀ ਨਹੀਂ, ਹਜੇ ਵੀ ਸਟਾਪ ਆ ਰਿਸ਼ਤਿਆਂ ਤੇ। ਰਿਸ਼ਤੇ ਲਾਈਨ ਤਾਂ ਆ ਰਹੀ ਹੈ ਨਾ, ਲੱਗੇ ਰੋ ਪ੍ਰਪੋਜ਼ ਤਾਂ ਕਰ ਹੀ ਸਕਦੇ, ਪਰ ਅਸੀਂ ਐਕਸੈਪਟੈਂਸ ਨਹੀਂ ਕਰਨੀ ਕਿਉਂਕਿ ਹੁਣ ਇਹਨਾਂ ਦਾ ਅੱਗੇ ਵੀ ਸਟੈਪ ਤਿਆਰ ਨੇ। ਬਿਲਕੁਲ। ਸੋ ਐਡਵੋਕੇਸੀ ਸ਼ੁਰੂ ਹੋ ਚੁੱਕੀ ਹੈ। ਤੁਸੀਂ ਕੁਝ ਸੋਚਿਆ ਕਿ ਤੁਸੀਂ ਇਸ ਲਾਈਨ ਦੇ ਵਿੱਚ ਜਦੋਂ ਤੁਸੀਂ ਬਣੇ ਐਡਵੋਕੇਟ, ਤੁਸੀਂ ਕੀ ਕਰਨਾ ਚਾਹੁੰਦੇ ਹੋ? ਕਿਸ ਤਰ੍ਹਾਂ ਦੇ ਕੇਸ ਲੜਨਾ ਚਾਹੁੰਦੇ ਹੋ? ਕਿਹੜੇ ਲੋਕਾਂ ਦੇ ਲਈ, ਜਾਂ ਕੁਝ ਔਮਨ ਐਮਪਾਵਰਮੈਂਟ ਜਾਂ ਬਿਲਕੁਲ। ਕੁਝ ਕਰਨਾ ਚਾਹੁੰਦੇ ਹੋ? ਬਿਲਕੁਲ, ਮੈਂ ਪਹਿਲਾਂ ਤਾਂ ਕ੍ਰਿਮੀਨਲ ਕੇਸਿਸ ਹੈਂਡਲ ਕਰਨਾ ਚਾਹੁੰਦੀ ਹਾਂ ਕਿਉਂਕਿ ਕੁੜੀਆਂ ਲਈ ਇਹ ਚੀਜ਼ ਥੋੜੀ ਜਿਹੀ ਔਖੀ ਆ, ਬਟ ਮੈਂ ਚਾਹੁੰਦੀ ਹਾਂ ਕਿ ਮੈਂ ਕ੍ਰਿਮੀਨਲ ਕੇਸਿਸ ਦੇ ਵਿੱਚ ਆਪਣਾ ਨਾਮ ਬਣਾਵਾਂ ਕਿਉਂਕਿ ਮੈਨੂੰ ਹਮੇਸ਼ਾ ਹੀ ਮੇਰੀ ਹਾਈਟ ਕਰਕੇ ਜੱਜ ਕੀਤਾ ਜਾਂਦਾ ਹੈ ਤੇ ਮੈਂ ਦੱਸਣਾ ਚਾਹੁੰਦੀ ਹਾਂ ਬਾਕੀਆਂ ਨੂੰ ਕਿ ਮੈਂ ਵੀ ਕੁਝ ਕਰ ਸਕਦੀ ਕੋਈ ਹਾਂ। ਨਾ ਕ੍ਰਿਮੀਨਲ ਕੇਸਿਸ ਦੇ ਟਾਈਮ ਤੇ ਕੁਐਸਚਨ ਮਾਰਕ ਆਉਂਦਾ ਕਿ ਕੁੜੀ ਬਿਲਕੁਲ। ਕਿਵੇਂ ਲੜੂਗੀ, ਬਿਲਕੁਲ। ਕਿਵੇਂ ਲੜੂਗੀ, And ਕਿਵੇਂ ਗਟਸ ਹਾਂਜੀ। ਨੇ, ਕੌਨਫੀਡੈਂਸ ਕਿਵੇਂ ਬਿਲਕੁਲ, ਆਊਗਾ। ਬਿਲਕੁਲ। ਸੋ ਮਤਲਬ ਨੈਕਸਟ ਹੁਣ ਐਂਡ ਮੈਂ ਕੁੜੀਆਂ ਲਈ ਤੇ ਬੱਚਿਆਂ ਲਈ ਕੁਝ ਕਰਨਾ ਚਾਹੁੰਦੀ ਹਾਂ, ਸਪੈਸ਼ਲੀ ਕੁੜੀਆਂ ਲਈ ਕਿਉਂਕਿ ਅੱਜ ਕੱਲ ਦਾ ਟਾਈਮ ਜੋ ਚੱਲ ਰਿਹਾ ਕੁੜੀਆਂ ਲਈ ਬਿਲਕੁਲ ਵੀ ਸੇਫ ਨਹੀਂ ਹੈਗਾ। ਤੇ ਕਈ ਕੁੜੀਆਂ ਆਪਣਾ ਸਟੈਂਡ ਲੈਂਦੀਆਂ ਆ ਪਰ ਉਹਨਾਂ ਨੂੰ ਪ੍ਰੋਪਰ ਅੱਗਿਓਂ ਹੱਥ ਨਹੀਂ ਮਿਲਦਾ ਕਿ ਉਹ ਆਪਣਾ ਰੱਖ ਸਕਣ ਆਪਣਾ ਪੱਖ। ਤੇ ਕਈ ਕੁੜੀਆਂ ਜਿਹੜੀਆਂ ਹਿੰਮਤ ਹੀ ਨਹੀਂ ਕਰ ਪਾਉਂਦੀਆਂ ਜਾਂ ਜਿਨ੍ਹਾਂ ਨੂੰ ਦਬਾਇਆ ਜਾਂਦਾ ਹੈ, ਤੇ ਮੈਂ ਉਹਨਾਂ ਦੀ ਆਵਾਜ਼ ਬਣ ਕੇ ਅੱਗੇ ਆਉਣਾ ਚਾਹੁੰਦੀ ਹਾਂ। ਸੋ ਸਭ ਤੋਂ ਪਹਿਲੇ ਨਾ ਮੈਂ ਇੱਕ ਚੀਜ਼, ਬਹੁਤ ਹੀ ਛੋਟੀ ਜਿਹੀ ਬਰੀਕ ਜਿਹੀ ਚੀਜ਼ ਹੁੰਦੀ, ਮੈਂ ਤੁਹਾਡੇ ਲਈ ਨੋਟਿਸ ਕੀਤੀ ਕਿ ਤੁਸੀਂ ਆਪਣਾ ਇੱਕ ਟੀਚਾ ਤਾਂ ਮਿੱਥ ਲੈਂਦੇ ਹੋ, ਪਰ ਟੀਚਾ ਮਿੱਥਣ ਤੋਂ ਪਹਿਲੇ ਤੁਸੀਂ ਆਪਣਾ ਰਸਤਾ ਵੀ ਦੇਖ ਲੈਂਦੇ ਕਿ ਉੱਥੇ ਤੱਕ ਪਹੁੰਚਣਾ ਕਿੱਦਾਂ। ਪਹਿਲੇ ਮੈਂ ਉਸ ਲੈਵਲ ਤੇ ਪਹੁੰਚਾਂ ਕਿ ਮੈਂ ਉਸ ਪਾਵਰ ਤੇ ਪਹੁੰਚਾਂ ਕਿ ਮੈਂ ਉਸ ਪਾਵਰ ਤੇ ਪਹੁੰਚ ਕੇ ਦੂਜਿਆਂ ਦੀ ਮਦਦ ਕਰ ਸਕਾਂ। ਤੁਸੀਂ ਪਹਿਲੇ ਆਪਣੇ ਆਪ ਨੂੰ ਕਮਜ਼ੋਰ ਸੀ ਕਿ ਤੁਸੀਂ ਆਪਣੇ ਆਪ ਨੂੰ ਸਟਰੋਂਗ ਕੀਤਾ, ਪੜ੍ਹਾਈ ਕੀਤੀ, ਲਾਅ ਦੀ ਪੂਰੀ ਪੜ੍ਹਾਈ ਇਹਨਾਂ ਨੇ ਕੰਪਲੀਟ ਕਰਕੇ ਐਡਵੋਕੇਟ ਬਣੇ, ਤੇ ਹੁਣ ਇਹ ਚਾਹੁੰਦੇ ਕਿ ਅੱਗੇ ਕ੍ਰਿਮੀਨਲ ਕੇਸਿਸ ਨੂੰ ਸੋਲਵ ਕਰਨ, ਅੱਗੇ ਜੁਡੀਸ਼ਰੀ ਦੀ ਵੀ ਪੜ੍ਹਾਈ ਵੀ ਇਹ ਕਰਨਾ ਚਾਹੁੰਦੇ ਆ ਤਾਂ ਕਿ ਇਹ ਬਾਕੀਆਂ ਦੀ ਵੀ ਮਦਦ ਕਰ ਸਕੇ। ਮਤਲਬ ਇੱਕ ਪਾਵਰਫੁਲ ਪੋਜੀਸ਼ਨ ਤੇ ਆ ਕੇ ਇਹ ਬਾਕੀਆਂ ਦੀ ਮਦਦ ਕਰਨਾ ਚਾਹੁੰਦੇ। ਸੋ ਹੁਣ ਇੱਕ ਲਾਸਟ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਇਸ ਪੂਰੇ ਸਫ਼ਰ ਦੇ ਵਿੱਚ ਜਦ ਤੋਂ ਤੁਸੀਂ ਆਪਣੀ ਉਸ ਰਾਤ ਦੇ ਸਫ਼ਰ ਤੋਂ, ਜੇ ਮੈਂ ਆਖਾਂ, ਉਸ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਚੈਲੰਜਸ, ਔਕੜਾਂ, ਬਹੁਤ ਕੁਝ ਆਇਆ, ਤਦ ਵੀ ਲੋਕੀ ਬਹੁਤ ਸਾਰੇ ਨੀਚੇ ਪਾਉਂਦੇ ਸੀਗੇ, ਤੇ ਉਸ ਚੀਜ਼ ਨੂੰ ਤੁਸੀਂ ਕਿਵੇਂ ਓਵਰਕਮ ਕੀਤਾ? ਤੁਸੀਂ ਪੋਜ਼ਿਟਿਵਿਟੀ ਆਪਣੇ ਵਿੱਚ ਲੈ ਕੇ ਆਏ, ਬਟ ਕਦੀ ਅਜਿਹਾ ਹੋਇਆ ਕਿ ਕਿਸੇ ਨੇ ਨੈਕਸਟ ਮਤਲਬ ਇੱਕ ਲੈਵਲ ਕ੍ਰਾਸ ਕਰਕੇ ਤੁਹਾਨੂੰ ਜਾਂ ਤੁਹਾਡੇ ਪੇਰੈਂਟਸ ਨੂੰ ਕੁਝ ਕਿਹਾ ਹੋਵੇ ਕਿ ਤੁਹਾਨੂੰ ਲੱਗਾ ਹੋਵੇ ਕਿ ਨਹੀਂ ਹੁਣ ਮਤਲਬ ਇੱਕ ਫਿਰ ਤੋਂ ਬ੍ਰੇਕਿੰਗ ਪੁਆਇੰਟ ਆਇਆ ਹੋ ਕਿ ਤੁਹਾਨੂੰ ਲੱਗਾ ਕਿ ਨਹੀਂ ਮੈਂ ਹੁਣ ਛੱਡ ਦੇਣਾ, ਮੈਂ ਕੁਝ ਨਹੀਂ ਕਰਨਾ? ਨਹੀਂ, ਮੈਂ ਇਹ ਮੰਨਦੀ ਹਾਂ ਕਿ ਜਦੋਂ ਆਪਾਂ ਖੁਦ ਸਟਰੋਂਗ ਹੋ ਜਾਂਦੇ ਹਾਂ, ਪੋਜ਼ਿਟਿਵ ਹੋ ਜਾਂਦੇ ਹਾਂ, ਤੇ ਫਿਰ ਤੁਹਾਡੀ ਲਾਈਫ ਦੇ ਵਿੱਚ ਬਹੁਤ ਬ੍ਰੇਕਿੰਗ ਪੁਆਇੰਟਸ ਆਉਂਦੇ ਨੇ, ਬਟ ਇਹ ਫਿਰ ਤੁਹਾਡੇ ਤੇ ਮੈਟਰ ਕਰਦਾ ਕਿ ਤੁਸੀਂ ਟੁੱਟਣਾ ਆ ਜਾਂ ਫਿਰ ਦੁਬਾਰਾ ਉੱਥੋਂ ਉੱਠਣਾ ਆ। ਤੇ ਹੋਇਆ ਤਾਂ ਮੇਰੀ ਲਾਈਫ 'ਚ ਵੀ ਇੱਦਾਂ ਦਾ ਬਹੁਤ ਕੁਛ ਆ, ਬਟ ਮੈਂ ਫਿਰ ਸੋਚ ਹੀ ਲਿਆ ਸੀ ਕਿ ਜਦੋਂ ਮੈਂ ਕਾਲਜ ਫਸਟ ਡੇ ਗਈ ਹਾਂ, ਮੈਂ ਜਦੋਂ ਗੇਟ ਤੇ ਐਂਟਰ ਕਰਨਾ ਸੀਗਾ ਤੇ ਐਡਮਿਸ਼ਨ ਜਦੋਂ ਮੈਂ ਕਰਾਈ, ਮੈਂ ਇਕੱਲੀ ਗਈ ਹਾਂ ਕਾਲਜ, ਮੇਰੇ ਪੇਰੈਂਟਸ ਮੈਨੂੰ ਡ੍ਰੌਪ ਕਰਨ ਨਹੀਂ ਗਏ ਸੀਗੇ, ਮੈਂ ਇਕੱਲੀ ਗਈ ਸੀ ਬਿਕਾਜ਼ ਮੈਂ ਸੋਚਿਆ ਸੀ ਕਿ ਕਿੰਨੇ ਦਿਨ ਤੱਕ ਉਹ ਮੇਰੇ ਨਾਲ ਜਾਣਗੇ, ਤੇ ਉਹ ਹੈਗੀ ਵੀ ਇੱਕਦਮ ਨਵੀਂ ਪਲੇਸ ਸੀਗੀ, ਸਕੂਲ ਤਾਂ ਨਰਸਰੀ ਟੂ +2 ਇੱਕ ਹੀ ਸੀਗਾ, ਤੇ ਮੈਂ ਇਕੱਲੀ ਗਈ ਹਾਂ। ਤੇ ਜਦੋਂ ਮੈਂ ਮਤਲਬ ਗੇਟ ਤੋਂ ਕਲਾਸ ਤੱਕ ਜਾ ਰਹੀ ਸੀਗੀ, ਆਈ ਵਾਸ ਸੋ ਨਰਵਸ, ਮੈਨੂੰ ਇਹ ਸੀ ਕਿ ਪਤਾ ਨਹੀਂ ਕੀ ਹੋਊਗਾ। ਪਹਿਲਾ ਵੀਕ ਤਾਂ ਇਦਾਂ ਨਿਕਲਿਆ ਕਿ ਕਾਫੀ ਸਟੂਡੈਂਟਸ ਨੂੰ ਇਹ ਲੱਗ ਰਿਹਾ ਸੀ ਕਿ ਮੈਂ ਕਿਸੇ ਟੀਚਰ ਦਾ ਬੱਚਾ ਹਾਂ, ਤੇ ਕੋਈ ਮੇਰੀ ਚੀਕ ਪੁੱਲ ਕਰ ਰਿਹਾ ਸੀ, ਕੋਈ ਮੈਨੂੰ ਹੈਲੋ ਹਾਈ ਜਿੱਦਾਂ ਮਤਲਬ ਨਾਰਮਲ ਬੱਚਿਆਂ ਨਾਲ ਜਿਵੇਂ ਹੁੰਦਾ ਹੀ ਆ। ਤੇ ਫਿਰ ਇੱਕ ਹਫਤੇ ਮਤਲਬ ਪਹਿਲੇ ਦਿਨ ਜਦੋਂ ਮੈਂ ਗਈ ਹਾਂ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ, ਬਟ ਜਦੋਂ ਮੈਂ ਗੇਟ ਤੇ ਪੈਰ ਰੱਖਿਆ ਨਾ, ਮੈਂ ਫਿਰ ਇੱਕ ਵਾਰ ਪਿੱਛੇ ਮੁੜੀ ਹਾਂ, ਬਟ ਫਿਰ ਮੈਂ ਸੋਚਿਆ ਕਿ ਨਹੀਂ, ਅੱਜ ਹੀ ਇਹ ਟਾਈਮ ਆ, ਜੇ ਮੈਂ ਅੱਜ ਅੰਦਰ ਚਲੀ ਗਈ ਤਾਂ ਮੇਰੀ ਲਾਈਫ ਬਣ ਜੂਗੀ, ਜੇ ਮੈਂ ਅੱਜ ਪਿੱਛੇ ਆ ਗਈ ਤਾਂ ਮੈਂ ਸਾਰੀ ਜ਼ਿੰਦਗੀ ਕੁਝ ਨਹੀਂ ਕਰ ਸਕਦੀ। ਐਂਡ ਉਸ ਤੋਂ ਬਾਅਦ ਉਹ ਕੌਨਫੀਡੈਂਸ ਮੇਰਾ ਦਿਨ ਬ ਦਿਨ ਵੱਧਦਾ ਹੀ ਗਿਆ, ਤੇ ਮੈਂ ਦੁਬਾਰਾ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ।
ਐਂਡ ਹੀ ਸੇਮ ਚੀਜ਼ ਮੇਰੀ ਕੋਰਟ ਦੇ ਵਿੱਚ ਵੀ ਹੁੰਦੀ ਆ। ਮੈਂ ਨਰਵਸ ਹੁੰਦੀ ਆ, ਪਰ ਜਦੋਂ ਮੈਨੂੰ ਲੱਗਦਾ ਕਿ ਕੋਈ ਮੈਨੂੰ ਦੇਖ ਰਿਹਾ, ਕੋਈ ਮੈਨੂੰ ਨੋਟਿਸ ਕਰ ਰਿਹਾ, ਮੇਰਾ ਕੌਨਫੀਡੈਂਸ ਡਬਲ ਹੋ ਜਾਂਦਾ ਹੈ ਕਿ ਮੈਨੂੰ ਕੋਈ ਦੇਖ ਰਿਹਾ ਤੇ ਉਹਨਾਂ ਨੂੰ ਇਹ ਲੱਗੇ ਕਿ ਸ਼ੀ ਇਜ਼ ਸੋ ਕੌਨਫੀਡੈਂਟ। ਮਤਲਬ ਹਰ ਕਿਸੇ ਪ੍ਰੋਫੈਸ਼ਨ 'ਚ ਵੀ ਅਸੀਂ ਜਾਈਏ, ਅਸੀਂ ਇੰਟਰਵਿਊ ਵੀ ਸ਼ੁਰੂ ਕਰਦੇ ਹਾਂ, ਬਿਲਕੁਲ। ਹਰ ਕੋਈ ਇਨਸਾਨ ਆਪਣੇ ਕੋਈ ਵੀ ਕੰਮ ਕਰਨ ਲੱਗ ਪੈਂਦਾ ਤਾਂ ਉਸ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਨਰਵਸ ਜ਼ਰੂਰ ਹੁੰਦੇ ਹਾਂ, ਪਰ ਤੁਹਾਡਾ ਥੋੜਾ ਜਿਹਾ ਨਰਵਸ ਲੈਵਲ ਇਸ ਲਈ ਵੱਧ ਜਾਂਦਾ ਕਿਉਂਕਿ ਤੁਸੀਂ ਲੋਕਾਂ ਦੀ ਨਜ਼ਰ ਦੇ ਵਿੱਚ ਹੁੰਦੇ, ਲੋਕ ਤੁਹਾਨੂੰ ਜ਼ਿਆਦਾ ਦੇਖਦੇ ਆ, ਬਟ ਤੁਹਾਨੂੰ ਹੁਣ ਉਹ ਚੀਜ਼ ਤੁਸੀਂ ਆਪਣਾ ਇੱਕ ਸਟਰੋਂਗ ਪੁਆਇੰਟ ਬਣਾ ਲਿਆ ਕਿ ਜੇ ਉਹ ਦੇਖ ਰਹੇ ਆਈ ਬੀ 2 ਟਾਈਮ ਸਟਰੋਂਗਰ, ਰਾਈਟ। ਸੋ ਹਰਵਿੰਦਰ ਜੀ ਨੂੰ ਰੂਬੀ ਵੀ ਕਿਹਾ ਜਾਂਦਾ ਆ, ਇਹ ਬਹੁਤ ਘੱਟ ਲੋਕ ਜਾਣਦੇ ਨੇ, ਤੇ ਇਹਨਾਂ ਦੀ ਸਮਾਈਲ ਦੇ ਪਿੱਛੇ ਕੀ ਰਾਜ਼ ਹੈ, ਮੈਂ ਪਹਿਲੇ ਤਾਂ ਉਹ ਜਾਣਨਾ ਚਾਹੂੰਗੀ ਕਿ ਇਹ ਸਵੀਟ ਜੀ ਸਮਾਈਲ ਤੁਸੀਂ ਦੇਖਿਆ ਸੀ ਕਿ ਹਾਂ ਹੁਣ ਫੇਸ ਮੇਰਾ ਨਾ ਇਸ ਐਂਗਲ ਤੋਂ ਵਧੀਆ ਲੱਗਦਾ ਤੇ ਇਸ ਐਂਗਲ ਤੋਂ ਵਧੀਆ ਲੱਗਦਾ, ਇਹ ਚੀਜ਼ ਵੀ ਤੁਸੀਂ ਕੀ ਨੋਟਿਸ ਕੀਤੀ? ਕਿਉਂਕਿ 에ਅਰ ਹੋਸਟੈਸ ਬਣਨਾ ਦਿਖ ਰਿਹਾ ਥੋੜਾ ਬਹੁਤ ਸ਼ੌਂਕ ਤੁਹਾਡਾ ਹੈਗਾ ਗਲੈਮ ਵਰਲਡ ਵੱਲ ਵੀ, ਸੋ ਪ੍ਰੋਬਬਲੀ ਵਿਲ ਬੀ ਸਿੰਗਰ ਇਨ ਦਾ ਫਿਊਚਰ, ਕਿਤੇ ਅਸੀਂ ਇਹਨਾਂ ਨੂੰ ਮੀਡੀਆ ਦੇ ਵਿੱਚ ਐਂਟਰਟੇਨਮੈਂਟ ਇੰਡਸਟਰੀ 'ਚ ਵੀ ਦੇਖ ਸਕਦੇ ਹਾਂ, ਨੋਬਡੀ ਨੋਸ ਜਿੱਦਾਂ ਇਹ ਸੈਂਸੇਸ਼ਨ ਆਲਰੇਡੀ ਬਣਿਆ। ਹਾਂ ਦੇਖਿਆ, ਸੋ ਪ੍ਰਪੋਜ਼ਲਸ ਇੱਥੇ ਵੀ ਓਪਨ ਰਹਿਣੇ ਚਾਹੀਦੇ ਇਹਨਾਂ ਦੇ ਲਈ, ਕੋਈ ਸੌਂਗ ਆਫਰ ਜਾਂ ਕੋਈ ਫਿਲਮ ਆਫਰ, ਕਿਉਂਕਿ ਇਹਨਾਂ ਦਾ ਜਿਹੜਾ ਪ੍ਰੈਜ਼ੈਂਸ ਨੇ, ਸਕਰੀਨ ਪ੍ਰੈਜ਼ੈਂਸ ਬਹੁਤ ਹੀ ਵਧੀਆ। ਸੋ ਇਹ ਸਮਾਈਲ ਦੇ ਪਿੱਛੇ ਤੇ ਇਹ ਮਾਡਲ ਲੁੱਕ ਦੇ ਵਿੱਚ ਕੀ ਰਾਜ਼ ਹੈ, ਸਾਨੂੰ ਉਹ ਵੀ ਦੱਸੋ। ਇਹਦੇ ਤੇ ਵੀ ਮੈਂ ਇਹੀ ਕਹੂੰਗੀ ਕਿ ਸੈਲਫ ਐਕਸੈਪਟੈਂਸ, ਮੈਨੂੰ ਹੁਣ ਨਾ ਖੁਦ ਨਾਲ ਬਹੁਤ ਜ਼ਿਆਦਾ ਪਿਆਰ ਆ। ਇੱਕ ਟਾਈਮ ਐਦਾਂ ਦਾ ਸੀ ਜਦੋਂ ਮੈਂ ਮਤਲਬ ਲੋਕਾਂ ਦੀਆਂ ਨਜ਼ਰਾਂ ਨਾਲ ਜਦੋਂ ਆਪਾਂ ਖੁਦ ਨੂੰ ਦੇਖਦੇ ਆ ਨਾ ਤੇ ਸਾਨੂੰ ਆਪਣੇ 'ਚ ਬਹੁਤ ਕਮੀਆਂ ਦਿਖਦੀਆਂ ਨੇ, ਤੇ ਮੈਂ ਬਚਪਨ ਤੋਂ ਹੀ ਜਦੋਂ ਮੈਂ ਆਪਣੇ ਉਹ ਨੈਗੇਟਿਵ ਟਾਈਮ ਦੇ ਵਿੱਚ ਸੀ ਨਾ, ਮੈਨੂੰ ਆਦਤ ਸੀ ਕਿ ਮੈਂ ਹਮੇਸ਼ਾ ਹੀ ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਆਪਣੇ ਆਪ ਨੂੰ ਕੋਸਦੀ ਹੁੰਦੀ ਸੀ, ਤੇ ਮੈਂ ਰੋਂਦੀ ਵੀ ਹੁੰਦੀ ਸੀ, ਮੇਰੀ ਸਾਰੀ ਰਾਤ ਨਿਕਲ ਜਾਂਦੀ ਹੁੰਦੀ ਸੀ ਕਿ ਮੈਂ ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਰੋਣਾ। ਤੇ ਜਦੋਂ ਮੈਂ ਹੁਣ ਆਪਣੇ ਆਪ ਨੂੰ ਆਪਣੀਆਂ ਨਜ਼ਰਾਂ ਨਾਲ ਦੇਖਣਾ ਸ਼ੁਰੂ ਕਰਤਾ ਨਾ, ਤੇ ਮੈਨੂੰ ਆਪਣੇ ਆਪ ਤੇ ਪਿਆਰ ਵੀ ਬਹੁਤ ਆਉਂਦਾ, ਤੇ ਮੈਂ ਆਪਣੇ ਆਪ ਨੂੰ ਇਹ ਕਹਿੰਦੀ ਹਾਂ ਕਿ ਮੇਰੇ ਤੋਂ ਸੋਹਣਾ ਕੋਈ ਹੈ ਹੀ ਨਹੀਂ। ਤੇ ਜਦੋਂ ਫਿਰ ਆਪਾਂ ਆਪਣੀਆਂ ਨਜ਼ਰਾਂ ਨਾਲ ਖੁਦ ਨੂੰ ਦੇਖਦੇ ਹਾਂ ਤੇ ਫਿਰ ਬਹੁਤ ਕੁਝ ਇੰਪਰੂਵ ਹੁੰਦਾ ਆ, ਤੇ ਫਿਰ ਮੈਨੂੰ ਇਹੀ ਹੁੰਦਾ ਕਿ ਮੈਂ ਜਿੱਥੇ ਵੀ ਜਾਵਾਂ ਕੌਨਫੀਡੈਂਟ ਹੋ ਕੇ ਸੋਹਣੀ ਬਣ ਕੇ ਜਾਵਾਂ। ਸੋ ਤੁਸੀਂ ਆਪਣੀ ਸਾਰੀ ਗੱਲਾਂ ਕੀਤੀਆਂ, ਤੁਹਾਡੇ ਨਾਲ ਗੱਲਾਂ ਕਰਨ ਦਾ ਮਨ ਤਾਂ ਬਹੁਤ ਜ਼ਿਆਦਾ ਕਰ ਰਿਹਾ, ਪਰ ਜੇ ਮੈਂ ਪੁੱਛਾਂ ਜਿੱਦਾਂ ਤੁਸੀਂ ਆਪਣੀ ਗੱਲਾਂ ਦੱਸਦੇ ਪਏ ਹੋ, ਜੇ ਇਨ ਫਿਊਚਰ ਕਦੀ ਮੌਕਾ ਮਿਲਦਾ ਤੁਹਾਨੂੰ ਆਪਣੀ ਬਾਇਓਗ੍ਰਾਫੀ ਲਿਖਣ ਦਾ ਜਾਂ ਤੁਹਾਡੇ ਕੋਈ ਫਿਲਮ ਜਾਂ ਕੁਝ ਅਜਿਹਾ ਬਣਦਾ, ਕਿਉਂਕਿ ਅੱਜ ਕੱਲ੍ਹ ਕਾਫੀ ਮਤਲਬ ਬਾਇਓਗ੍ਰਾਫੀ ਦਾ ਦੌਰ ਚੱਲ ਰਿਹਾ, ਬਣਦੀਆਂ ਹੈ ਫਿਲਮਸ, ਤਾਂ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੀ ਬਾਇਓਗ੍ਰਾਫੀ ਲਿਖੋ ਜਾਂ ਚਾਹੁੰਦੇ ਹੋ ਕੋਈ ਹੋਰ ਲਿਖੇ ਤੁਹਾਡੀ ਬਾਇਓਗ੍ਰਾਫੀ? ਮੈਨੂੰ ਹੁਣ ਵੀ ਬਹੁਤ ਜ਼ਿਆਦਾ ਮੈਸੇजेस ਜਾਂ ਆਫਰਸ ਆ ਰਹੇ ਨੇ, ਤੇ ਬਟ ਮੇਰਾ ਮੰਨਣਾ ਇਹ ਹੈ ਕਿ ਮੇਰੀ ਜਿਹੜੀ ਲਾਈਫ ਆ ਉਹ ਮੇਰੇ ਤੋਂ ਬਿਹਤਰ ਕੋਈ ਕਿਸੇ ਨੂੰ ਨਹੀਂ ਦੱਸ ਸਕਦਾ, ਬਿਕਾਜ਼ ਉਹਨਾਂ ਲਈ ਜਸਟ ਇੱਕ ਬੁੱਕ ਹੋਏਗੀ, ਮੇਰੀ 25 ਸਾਲਾਂ ਦੀ ਜ਼ਿੰਦਗੀ ਆ, ਤੇ ਮੇਰੇ ਤੋਂ ਵਧੀਆ ਬਿਆਨ ਉਹ ਕੋਈ ਨਹੀਂ ਕਰ ਸਕਦਾ। ਮੈਂ ਚਾਹੁੰਦੀ ਹਾਂ ਕਿ ਜਦੋਂ ਮੈਂ ਆਪਣਾ ਮੇਰਾ ਏਮ ਆ ਕਿ ਮੈਂ ਜੱਜ ਬਣਨਾ, ਮੈਂ ਜੁਡੀਸ਼ਰੀ ਕਲੀਅਰ ਕਰਨੀ ਹੈ, ਤੇ ਜਦੋਂ ਮੇਰਾ ਏਮ ਕਲੀਅਰ ਹੋਊਗਾ ਤੇ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੀ ਬਾਇਓਗ੍ਰਾਫੀ ਖੁਦ ਲਿਖਾਂ, ਤੇ ਫਿਰ ਮੈਂ ਆਪਣੀ ਕੱਲੀ ਉਹ ਫੀਲਿੰਗ ਕਿੱਦਾਂ ਮੈਂ ਸਟਰੋਂਗ ਹੋਈ ਹਾਂ, ਕਿੱਥੇ ਮੈਂ ਟੁੱਟੀ ਹਾਂ, ਉਹ ਬਾਇਓਗ੍ਰਾਫੀ ਮੈਂ ਖੁਦ ਲਿਖਣਾ ਚਾਹੂੰਗੀ। ਸੋ ਮੈਂ ਕਿਹਾ ਸੀ ਨਾ, ਇਹਨਾਂ ਨੇ ਅਗਲਾ ਇੱਕ ਟੀਚਾ ਮਿੱਥਿਆ ਹੋਇਆ ਕਿ ਇਹ ਆਪ ਲਿਖਣਾ ਚਾਹੁੰਦੇ ਆ, ਉਸ ਦਾ ਰਸਤਾ ਵੀ ਇਹਨਾਂ ਨੇ ਲੱਭ ਰਿਹਾ ਕਿ ਪਹਿਲਾਂ ਮੈਂ ਜੁਡੀਸ਼ਰੀ ਦੀ ਪੜ੍ਹਾਈ ਪੂਰੀ ਕਰਨੀ ਹੈ, ਜੱਜ ਬਣਨਾ ਆ, ਇੱਕ ਹੋਰ ਪਾਵਰਫੁਲ ਪੋਜੀਸ਼ਨ ਤੇ ਪਹੁੰਚੂਗੇ, ਫਿਰ ਉਸ ਤੋਂ ਅਗਲਾ ਸਟੈਪ ਇਹ ਜ਼ਰੂਰ ਲੈਣਗੇ। ਸੋ ਰਵਿੰਦਰ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਕਿ ਕੁਝ ਚੀਜ਼ਾਂ ਮੈਂ ਤੁਹਾਨੂੰ ਨਾ ਇੱਕ ਟੌਪ 5 ਪਿਕ ਐਂਡ ਚੂਜ਼ ਪੁੱਛੂੰਗੀ ਤੁਹਾਡੇ ਤੋਂ, ਠੀਕ ਹੈ? ਸੋ ਤੁਸੀਂ ਸਿਲੈਕਟ ਕਰਨਾ, ਠੀਕ ਹੈ? ਤੋ ਸ਼ੁਰੂ ਕਰਦੇ ਹਾਂ। रूबी या रविंदर? रूबी। सो इसका पीछे रीजन भी मैं पूछना चाहूंगी, क्यों रूबी? रूबी एक जेम ਦਾ ਨਾਮ ਆ। ਅੱਛਾ ਜੀ, ਬਿਲਕੁਲ। ਸੋ ਇਸ ਕਰਕੇ ਤੁਹਾਡੇ ਫੈਮਿਲੀ ਚ ਤੁਹਾਨੂੰ ਸ਼ੁਰੂ ਤੋਂ ਹੀ रूबी ਹਾਂਜੀ रूबी ਕਿਹਾ ਜਾਂਦਾ ਸੀ ਛੋਟੇ ਹੁੰਦੇ ਤੋਂ? ਹਾਂਜੀ। ਦੇਖਿਆ ਜੈਮ ਇਹ ਨਿਖਰ ਕੇ ਚਮਕ ਰਿਹਾ ਹੈ, ਹੁਣ ਮੈਂ ਬਾਹਰ ਆ ਗਈ, ਬਾਹਰ ਆ ਰਹੇ, ਚਮਕ ਰਹੇ ਨੇ। ਸੋ ਸੂਟ ਜਾਂ ਜੀਨਸ ਟੌਪ ਜਾਂ ਡਰੈਸਸ? ਸੂਟ। ਸੋ ਇਹਨਾਂ ਦਾ ਫਰਸਟ ਲਵ ਸੂਟ ਹੀ ਹੈ, ਤੇ ਜਿਸ ਦੇ ਕਰਕੇ ਇਹਨਾਂ ਦੀ ਸਾਰੇ ਮਤਲਬ ਪੇਜ ਤੇ ਸੂਟ ਦਿਖ ਰਹੇ ਨੇ, ਠੀਕ ਹੈ ਜੀ। ਸੋ ਸਕਸੈਸ ਔਰ ਮਨੀ? ਸਕਸੈਸ। ਐਡਵੋਕੇਸੀ ਔਰ ਜੁਡੀਸ਼ਰੀ? ਜੁਡੀਸ਼ਰੀ। ਸੋ ਮਤਲਬ ਇਹਨਾਂ ਨੇ ਪੂਰਾ ਕਲੀਅਰ ਕਰ ਦਿੱਤਾ ਕਿ ਕਿੱਥੇ ਪਹੁੰਚਣਾ ਚਾਹੁੰਦੇ ਨੇ, ਹਰ ਪਾਸਾ ਇਹਨਾਂ ਨੇ ਆਪਣਾ ਠੋਕ ਬਚਾ ਕੇ ਦੱਸਿਆ। ਮੈਂ ਬਹੁਤ ਕਲੀਅਰ ਰਹਿੰਦੀ ਹਾਂ ਆਪਣੀ ਲਾਈਫ ਨੂੰ ਲੈ ਕੇ, ਪਹਿਲਾਂ ਹੁੰਦਾ ਸੀ ਕਨਫਿਊਜ਼ਨਸ, ਹੁਣ ਕਨਫਿਊਜ਼ਨਸ ਸਾਰੀ ਖਤਮ ਆਫ ਹੋ ਚੁੱਕੀ ਹੈ। ਹੁਣ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਐਡਵੋਕੇਸੀ ਕਲੀਅਰ ਕੀਤੀ ਹੈ। ਆਪਣੀ ਹਾਈਟ, ਜਿਹੜੇ ਲੋਕੀ ਕਹਿੰਦੇ ਨੇ ਕਿ ਇਹ ਹਾਈਟ ਬਹੁਤ ਛੋਟੀ ਹੈ, ਤੁਸੀਂ ਨਹੀਂ ਜਾ ਸਕਦੇ ਕਿਸੇ ਵੀ ਫੀਲਡ 'ਚ, ਉਸ ਲਿਮਿਟੇਸ਼ਨ ਨੂੰ ਇਹਨਾਂ ਨੇ ਕ੍ਰਾਸ ਕਰਕੇ ਦਿਖਾ ਦਿੱਤਾ ਕਿ ਕੁਝ ਵੀ ਇੰਪੋਸੀਬਲ ਨਹੀਂ ਹੈ। ਤੁਸੀਂ ਆਪਣਾ ਹਰ ਇੱਕ ਗਰੋਥ ਨੂੰ, ਆਪਣੀ ਸਕਸੈਸ ਨੂੰ ਤੁਸੀਂ ਆਪ ਨੱਪਦੇ ਹੋ, ਆਪ ਉਸ ਨੂੰ ਅਚੀਵ ਕਰਦੇ ਹੋ, ਕੋਈ ਹੋਰ ਤੁਹਾਡੇ ਲਈ ਡਿਸਾਈਡ ਨਹੀਂ ਕਰ ਸਕਦਾ। ਸੋ ਬਹੁਤ ਵਧੀਆ ਲੱਗਾ ਰੂਬੀ ਜੀ ਨਾਲ ਗੱਲਬਾਤ ਕਰਕੇ, ਔਰ ਅਸੀਂ ਵੀ ਹੁਣ ਅੱਜ ਤੋਂ, ਕਿਉਂਕਿ ਅਸੀਂ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਔਰ ਇਹਨਾਂ ਨੂੰ ਕੰਗ੍ਰੈਚੁਲੇਟ ਕਰਦੇ ਇਹਨਾਂ ਦੀ ਸਕਸੈਸ ਦੇ ਲਈ, ਤੇ ਉਮੀਦ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੱਜ ਵੀ ਬਣਨ, ਅਸੀਂ ਫਿਰ ਇਹਨਾਂ ਨੂੰ ਮਿਲੀਏ ਤੇ ਇਹਨਾਂ ਦੇ ਐਜ਼ ਅ ਜੱਜ ਇੰਟਰਵਿਊ ਇੱਕ ਵਾਰ ਫਿਰ ਤੋਂ ਲਈਏ। ਥੈਂਕ ਯੂ ਸੋ ਮਚ। ਥੈਂਕ ਯੂ।